श्री वाहिगुरु जी। गुरु नानक पद पंकज बंदन पद सिमरो अंगद दुख निकंद। गुर अमरदास हृदय नित त्यावो हृदय। श्री गुरु रामदास गुण गावो। गुर अर्जन बिघ्नन के नासक बिघ्नन के। हर गोविंद शुभ सुमत पर का। श्री हर राय नमो कर नमो कर जोरी। श्री हर कृष्ण मनाए बहोरी। तेग बहादुर परम कृपाला जी परम कृपाला। श्री गुरु गोविंद सिंह बेसाला। तरो तरा पर पुन पुन सीसा जी पुन पुन सीसा। बंदा बार बार जगदीसा। एकंकारा सतगुरु ते प्रसाद सच होए। वाहिगुरु जी की फतेह है बिघ्न विनाशन सोए। जिसमें अमृत ज्ञान है मानक भगत बैराग। गुरु ग्रंथ साहिब उदद बंदों कार्य अनुराग। गुरु ग्रंथ साहिब उदद बंदों कार्य अनुराग। सतनाम श्री वाहिगुरु साहिब जीओ। गुर को जाए बंदना कीनस। पृष्ठ फेर बैठ चित चीनस। अजमत करी दिखावन जानी। नैनी की श्री अंगद मानी। वाहिगुरु जी का खालसा वाहिगुरु जी की फतेह। जुग हो जुग अटल चवर शतर तख्त के मालक दीन दुनिया के वाली। हाजरा हजूर जहरा जहूर सर्व कला भरपूर। सतगुरु धन धन श्री गुरु ग्रंथ साहिब जी महाराज। सतगुरां दी पावन पवित्र छत्र छाया हेठ हाजरियां भर रही गुरु स्वरूप गुरु खालसा साध संगत जी। आप जी बड़भागी हो। सतगुरां दी अपार रहमत दया सदका निता प्रत हाजरियां भर के धन श्री गुरु अंगद देव जी महाराज सच्चे पातशाह जी दे पवित्र जीवन दा लड़ीवार इतिहास आप जी सरवण कर रहे हो। कल दे दीवाना विच आप जी ने प्रसंग सरवण कीते सन। धन श्री गुरु अमरदास सच्चे पातशाह जी महाराज
ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬੇਅਦਬੀ ਦਾ ਪਤਾ ਲੱਗਿਆ, ਸਹਾਰ ਨਾ ਸਕੇ ਕਿ ਤਪੇ ਨੇ ਸਤਿਗੁਰਾਂ ਨੂੰ ਇਸ ਨਗਰ ਵਿੱਚੋਂ ਬਾਹਰ ਕਢਵਾਇਆ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਨਗਰ ਦੇ ਲੋਕਾਂ ਨੂੰ ਆਖਿਆ ਕਿ ਇਸ ਤਪੇ ਨੂੰ ਜਦੋਂ ਘਰ ਦੇ ਵਿੱਚੋਂ ਬਾਹਰ ਕੱਢੋਗੇ, ਜਿਸ ਵੀ ਖੇਤ ਵਿੱਚ ਲੈ ਕੇ ਜਾਓਗੇ, ਉਥੇ ਉਥੇ ਮੀਂਹ ਪਵੇਗਾ। ਸਤਿਗੁਰਾਂ ਦਾ ਬਚਨ ਮੰਨ ਕਰਕੇ ਨਗਰ ਨਿਵਾਸੀ, ਜਿਨ੍ਹਾਂ ਨੂੰ ਮੀਂਹ ਦੇ ਨਾਲ ਹੀ ਮਤਲਬ ਸੀ, ਪਹਿਲਾਂ ਤਪੇ ਦੇ ਕਹਿਣ ਤੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਨੂੰ ਨਗਰ ਵਿੱਚੋਂ ਕੱਢਿਆ। ਜਦੋਂ ਮੀਂਹ ਤਪਾ ਨਾ ਪਾ ਸਕਿਆ ਤੇ ਮੁੜ ਕੇ ਫਿਰ ਤਪੇ ਬਾਰੇ ਜਦੋਂ ਸੁਣਿਆ, ਫਿਰ ਤਪੇ ਨੂੰ ਘਰੋਂ ਕੱਢ ਲਿਆ। ਉਹਦੇ ਬਾਹਰ ਆਉਂਦਿਆਂ ਮੀਂਹ ਪੈਣਾ ਸ਼ੁਰੂ ਹੋ ਗਿਆ। ਜਿਸ ਵੀ ਖੇਤ ਵਿੱਚ ਜਾਂਦਾ ਉੱਥੇ ਹੀ ਮੀਂਹ ਪਈ ਜਾਂਦਾ ਹੈ। ਤੇ ਹਰ ਕਿਸੇ ਨੂੰ ਇਹੀ ਲਾਲਚ ਸੀ ਵੀ ਸਾਡੇ ਖੇਤ ਵਿੱਚ ਚਲਾ ਜਾਏ। ਤੇ ਸਤਿਗੁਰਾਂ ਨੇ ਬਚਨ ਕੀਤਾ ਵੀ ਇਹਦੇ ਸਰੀਰ ਦਾ ਕੋਈ ਵੀ ਹਿੱਸਾ ਜਿਸ ਵੀ ਖੇਤ ਵਿੱਚ ਜਾਏਗਾ ਉੱਥੇ ਮੀਂਹ ਪਏਗਾ। ਇਸ ਤਰ੍ਹਾਂ ਉਸ ਤਪੇ ਦੇ ਟੋਟੇ ਟੋਟੇ ਹੋ ਗਏ। ਆਪਣੀ ਕੀਤੀ ਕਰਨੀ ਦਾ ਫਲ ਉਹਨੂੰ ਭੋਗਣਾ ਪਿਆ। ਐਸਾ ਕੌਤਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਵਰਤਾਇਆ ਹੈ। ਆਓ ਅਗਲੇ ਪ੍ਰਕਰਣ ਸਰਵਣ ਕਰੀਏ। ਮਨ ਬਿਰਤੀਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਵਲਾਂ ਪਾਸ ਜੋੜਨ ਵਾਸਤੇ ਸਰਬੱਤ ਗੁਰ ਸਿੱਖ ਸੰਗਤਾਂ ਪ੍ਰੇਮ ਅਦਬ ਸਹਿਤ ਜਪੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰ ਕੋ ਜਾਏ ਬੰਦਨਾ ਕੀ ਨਸਾ। ਐਸਾ ਕੌਤਕ ਵਰਤਾ ਕੇ, ਐਸਾ ਚੋਜ ਕਰਕੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਾ ਕੇ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾ ਕਵਲਾਂ ਤੇ ਨਮਸਕਾਰ ਕੀਤੀ ਹੈ। ਪ੍ਰਿਸ਼ਟ ਫੇਰ ਬੈਠੇ ਚਿਤ ਚੀਨਸ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਨੇ ਚਿੱਤ ਵਿੱਚ ਸਾਰੇ ਕੌਤਕ ਨੂੰ ਜਾਣ ਲਿਆ। ਜੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਖੇਡ ਵਰਤਾ ਕੇ ਆਏ ਨੇ, ਉਹਨੂੰ ਜਾਣ ਕਰਕੇ ਸਤਿਗੁਰਾਂ ਨੇ ਆਪਣੀ ਪਿੱਠ ਫੇਰ ਲਈ। ਪਿੱਠ ਫੇਰ ਕੇ ਬਹਿ ਗਏ। ਅਜ਼ਮਤ ਕਰੀ ਦਿਖਾਵਨ ਜਾਨੀ। ਮਨ ਵਿੱਚ ਵਿਚਾਰਨ ਲੱਗੇ ਵੀ ਇਹਨਾਂ ਨੇ ਆਪਣੀ ਕਰਾਮਾਤ ਦਿਖਾਈ ਹੈ। ਕਰਾਮਾਤ ਨਾਮ ਕਹਿਰ ਦਾ ਹੈ। ਇਹ ਕਹਿਰੇ ਵਰਤਾ ਕਰਕੇ ਆਏ ਹਨ। ਨਹਿ ਨੀਕੀ ਸ਼੍ਰੀ ਅੰਗਦ ਮਾਨੀ। ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਗੱਲ ਨੂੰ ਚੰਗਾ ਕਰਕੇ ਨਹੀਂ ਜਾਣਿਆ। ਸਿੱਛਾ ਅਜਰ ਜਰਨ ਕੀ ਦੇਨ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਜਰ ਨੂੰ ਜਰਨ ਦੀ ਸਿੱਖਿਆ ਦੇਣ ਵਾਸਤੇ ਸਿੱਖ ਔਰ ਸਮਤਾ ਨਿਜ ਕਰ ਲੈਨ। ਕਿ ਸਿੱਖ ਦੇ ਹਿਰਦੇ ਦੇ ਅੰਦਰ ਇਹ ਭਾਵਨਾ, ਇਹ ਸਿੱਖਿਆ ਸਦਾ ਲਈ ਬੈਠ ਜਾਏ ਕਿ ਅਜਰ ਨੂੰ ਜਰਨਾ ਹੈ। ਉਹ ਸਿੱਖਿਆ ਇਸ ਵਾਸਤੇ ਦੇਣਾ ਚਾਹੁੰਦੇ ਨੇ ਕਿ ਉਹ ਸਾਡੇ ਜਿਹੇ ਬਣ ਜਾਣ। ਜਿਹੋ ਜਿਹਾ ਸਾਡਾ ਹਿਰਦਾ, ਤੈਸਾ ਹਿਰਦਾ ਗੁਰੂ ਅਮਰਦਾਸ ਸਾਹਿਬ ਜੀ ਦਾ ਬਣ ਜਾਏ। ਆਪਣੇ ਪਿਆਰੇ ਨੂੰ ਆਪਣੇ ਜਿਹਾ ਬਣਾਉਣ ਵਾਸਤੇ ਅਜਰ ਨੂੰ ਜਰਨ ਦੀ ਸਿੱਖਿਆ ਮਹਾਰਾਜ ਜੀ ਬਖਸ਼ਿਸ਼ੇ ਦੇ ਹਨ। ਪ੍ਰਿਸ਼ਟ ਦਏ ਬੈਠੇ ਗੁਰ ਸੁਆਮੀ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਪਿੱਠ ਦੇ ਕੇ ਬਹਿ ਗਏ, ਸਰਬ ਵਾਰਤਾ ਅੰਤਰਜਾਮੀ। ਸਾਰੀ ਵਾਰਤਾ ਨੂੰ ਜਾਣਦੇ ਸਨ। ਅੰਤਰਜਾਮੀ ਨੇ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹਨਾਂ ਤੋਂ ਕੁਝ ਲੁਕਿਆ ਥੋੜਾ ਹੈ। ਪਰਮੇਸ਼ਰ ਸਭ ਕੁਝ ਆਪ ਵੇਖ ਰਿਹਾ ਹੈ। ਸਾਰੇ ਪਾਸੇ ਆਪ ਹੀ ਵਰਤਦਾ ਹੈ। ਆਪੇ ਸੁਣਦਾ ਹੈ, ਆਪੇ ਹੀ ਸਾਰਾ ਕੁਝ ਵੇਖਦਾ ਹੈ, ਆਪੇ ਹੀ ਸਾਰੇ ਕੌਤਕ ਵਾਹਿਗੁਰੂ ਆਪ ਵਰਤਾਉਂਦਾ ਹੈ। ਐਸੇ ਅੰਤਰਜਾਮੀ ਗੁਰਦੇਵ ਸਤਿਗੁਰਾਂ ਨੇ ਸਭ ਕੁਝ ਜਾਣ ਲਿਆ। ਪਿਖ ਸ਼੍ਰੀ ਅਮਰ ਦੁਤੀਏ ਦਿਸ਼ ਗਯੂ। ਜਦੋਂ ਸਤਿਗੁਰਾਂ ਨੇ ਪਿੱਠ ਫੇਰ ਲਈ ਆਪਣੀ, ਤੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੇਖ ਕੇ ਦੂਜੀ ਦਿਸ਼ਾ ਵੱਲ ਹੋ ਗਏ।
ਜਿਸ ਪਾਸੇ ਮਹਾਰਾਜ ਜੀ ਦਾ ਮੁਖਾਰ ਬਿੰਦ ਸੀ ਉਸ ਪਾਸੇ ਨੂੰ ਹੋ ਗਏ ਹਨ। ਨਮਰ ਬੰਦ ਕਰ ਸਥਿਤ ਭਇਓ। ਨਿਮਰਤਾ ਦੇ ਨਾਲ ਬੜੇ ਪਿਆਰ ਦੇ ਨਾਲ ਸਤਿਗੁਰਾਂ ਨੂੰ ਨਮਸਕਾਰ ਕਰਕੇ ਉੱਥੇ ਹੀ ਖਲੋ ਗਏ। ਲੱਜਾ ਕਰੈ ਸੁਨੇਤਰ ਨਿਆਵੇ। ਪਰ ਲੱਜਾ ਵੀ ਬੜੀ ਆ ਰਹੀ ਸੀ, ਸ਼ਰਮ ਵੀ ਆ ਰਹੀ ਸੀ। ਜੋ ਕੀਤਾ ਹੈ ਠੀਕ ਨਹੀਂ ਕੀਤਾ, ਜੋ ਕੀਤਾ ਹੈ ਸਤਿਗੁਰਾਂ ਦੀ ਆਗਿਆ ਦੀ ਉਲੰਘਣਾ ਕਰਕੇ ਕੀਤਾ ਹੈ। ਲੱਜਾ ਦੇ ਵਿੱਚ ਆ ਕਰਕੇ ਆਪਣੇ ਨੇਤਰ ਵੀ ਨੀਵੇਂ ਕੀਤੇ ਹਨ। ਚਿਤ ਮੈਂ ਦੁਚਿਤਾਈ ਉਪਜਾਏ। ਚਿਤ ਦੇ ਵਿੱਚ ਬੜੀ ਭਾਰੀ ਚਿੰਤਾ ਪੈਦਾ ਹੋ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਮੁਖ ਮੋੜ ਲਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਨਾ, ਜੈਸੇ ਉਹਨਾਂ ਦਾ ਸ਼ਬਦ ਵੀ ਆਉਂਦਾ ਹੈ, ਕਹਿੰਦੇ ਹਨ ਸਰੀਰ ਭਾਵੇਂ ਮੇਰਾ ਚੀਰ ਦਿੱਤਾ ਜਾਵੇ ਪਰ ਤੁਹਾਡਾ ਮੁਖ, ਤੁਹਾਡੀ ਕਰਵਟ ਜਿਹੜੀ ਉਹ ਮੈਨੂੰ ਨਹੀਂ ਪਾਉਂਦੀ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਨੇ ਸੁਨ ਬੇਨਤੀ ਮੇਰੀ। ਕਹਿੰਦੇ ਕਰਵਤ ਜਿਹੜਾ ਉਹ ਕਰਵਤ ਆਰਾ ਕਾਂਸੀ ਵਿੱਚ ਜਿਹਦੇ ਨਾਲ ਮੁਕਤੀ ਮੰਨੀ ਜਾਂਦੀ ਹੈ, ਵੀ ਆਪਣੇ ਆਪ ਨੂੰ ਜੇ ਚੀਰ ਲਿਆ ਜਾਏ ਤੇ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ। ਤੇ ਭਗਤ ਜੀ ਕਹਿੰਦੇ ਹੈ ਵਾਹਿਗੁਰੂ ਉਹ ਜਿਹੜਾ ਕਰਵਤ ਉਹ ਆਰਾ ਜਿਹੜਾ ਉਹ ਤਾਂ ਭਲਾ ਚੰਗਾ ਹੈ, ਪਰ ਤੁਹਾਡੀ ਕਰਵਟ ਚੰਗੀ ਨਹੀਂ, ਤੁਹਾਡਾ ਮੁਖ ਮੋੜਨਾ ਚੰਗਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਨੇ ਮੁਖ ਮੋੜਿਆ ਤੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੂੰ ਚਿੰਤਾ ਹੋ ਗਈ। ਤ੍ਰਿਤੀ ਦਿਸ਼ਾ ਪੁਨ ਆਨਨ ਫੇਰਿਓ। ਜਦੋਂ ਪਾਤਸ਼ਾਹ ਨੇ ਤੀਜੀ ਦਿਸ਼ਾ ਵੱਲ ਆਪਣਾ ਮੁਖ ਘੁਮਾ ਲਿਆ, ਆਪਨ ਦਾਸ ਕੋ ਨਾਹਨ ਹੇਰਿਓ। ਆਪਣੇ ਸੇਵਕ ਨੂੰ ਮਹਾਰਾਜ ਜੀ ਨੇ ਵੇਖਿਆ ਨਹੀਂ। ਸ਼ਕਤ ਜਨਾਵਨ ਕਿਆ ਅਪਰਾਧੂ। ਕਹਿੰਦੇ ਇਹਨਾਂ ਨੇ ਆਪਣੀ ਸ਼ਕਤੀ ਨੂੰ ਜਣਾਇਆ ਹੈ, ਬਹੁਤ ਵੱਡਾ ਅਪਰਾਧ ਕੀਤਾ ਹੈ। ਨਹੀਂ ਕਰਮ ਕੀ ਨਸ ਇਹ ਸਾਧੂ। ਇਹ ਜਿਹੜਾ ਕਰਮ ਸਾਧੂਆਂ ਵਾਲਾ ਨਹੀਂ, ਜੋ ਕਰਮ ਇਹ ਕਰਕੇ ਆਏ ਨੇ। ਸਾਧੂ ਤਾਂ ਅਜਿਹਾ ਕਰਦੇ ਨਹੀਂ, ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਨ ਕਹੇ ਆਵਤ ਲਾਜਾ। ਜਿਹੜੇ ਸਾਧੂ ਜਨ ਹੁੰਦੇ ਨੇ ਉਹਨਾਂ ਨੂੰ ਤਾਂ ਕਰਾਮਾਤ ਵਿਖਾਉਣ ਵਿੱਚ, ਨਾਟਕ ਚੇਟਕ ਵਿੱਚ ਲਾਜ ਹੀ ਬੜੀ ਆਉਂਦੀ ਹੈ। ਪਰ ਜਿਹੜਾ ਕਾਰਜ ਕਰਕੇ ਆਏ ਨੇ ਇਹ ਕਾਰਜ ਸਾਧੂਆਂ ਵਾਲਾ ਇਹਨਾਂ ਨੇ ਨਹੀਂ ਕੀਤਾ। ਭਏ ਦੀਨ ਮਨ ਮੋਹਨ ਰਤਾਤ। ਸਾਧ ਸੰਗਤ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਨ ਮਨ ਹੋ ਗਏ। ਪੁਨ ਸਨਮੁਖ ਹੋਇਓ ਪਛਤਾਤ। ਤੇ ਤੀਜੇ ਪਾਸੇ ਮਹਾਰਾਜ ਜੀ ਦੇ ਸਨਮੁਖ ਆ ਗਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਜਦਾ ਕੀਤਾ, ਨਮਸਕਾਰ ਕੀਤੀ, ਪਰ ਮਨ ਹੀ ਮਨ ਬੜਾ ਪਛਤਾਉਂਦੇ ਹਨ। ਕਹਿਨ ਬਾਗ ਕੋ ਉਦਤ ਪਇਓ ਜਬ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਕਬਲਾਂ ਵਿੱਚ ਬੇਨਤੀ ਕਰਦੇ ਹਨ, ਚਤੁਰਤ ਦੇਸ਼ ਮੁਖ ਫੇਰ ਲਿਓ ਤਬ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚੌਥੇ ਪਾਸੇ ਆਪਣਾ ਮੁਖ ਫੇਰ ਲਿਆ। ਹੋਏ ਉਤਾਇਲ ਮੁਖ ਦਿਸ਼ ਫੇਰ। ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀ ਛੇਤੀ ਨਾਲ ਆਪਣਾ ਮੁਖ ਘੁਮਾ ਲਿਆ। ਅਜੇ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕੁਝ ਬੋਲਦੇ, ਉਹਨਾਂ ਦੇ ਬੋਲਣ ਤੋਂ ਪਹਿਲਾਂ ਹੀ ਪਾਤਸ਼ਾਹ ਨੇ ਚਿਹਰਾ ਆਪਣਾ ਫੇਰ ਲਿਆ। ਨਿਜ ਅਪਰਾਧ ਸੋ ਬੂਝਿਓ ਹੇਰ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਜਾ ਕੇ ਬੇਨਤੀ ਕੀਤੀ, ਗਰੀਬ ਨਵਾਜ ਮੇਰਾ ਜਿਹੜਾ ਅਪਰਾਧ ਹੈ ਉਹ ਕੀ ਹੈ? ਕੋ ਪ੍ਰਭ ਗੁਰ ਅਬ ਸ਼ਿਮਾ ਕਰੀਜੈ। ਪਾਤਸ਼ਾਹ ਜੇ ਕੋਈ ਮੇਰੇ ਕੋਲੋਂ ਅਪਰਾਧ ਹੋ ਗਿਆ ਹੈ, ਕੋਈ ਗਲਤੀ ਹੋ ਗਈ ਹੈ, ਕਿਰਪਾ ਕਰਕੇ ਮੇਰਾ ਕੀਤਾ ਹੋਇਆ ਅਪਰਾਧ ਆਪ ਜੀ ਖਿਮਾ ਕਰ ਦਿਓ। ਸ਼ੁਭ ਉਪਦੇਸ਼ ਮੋਹਿ ਕੋ ਦੀਜੈ। ਮੈਨੂੰ ਸ਼ੁਭ ਉਪਦੇਸ਼ ਦੀ ਦਾਤ ਬਖਸ਼ੋ। ਜੇ ਕੋਈ ਔਗਣ ਕਮਾਇਆ ਤਾਂ ਕਿ ਮੈਂ ਅੱਗੇ ਤੋਂ ਇਹੋ ਜਿਹਾ ਕੋਈ ਔਗਣ ਨਾ ਕਮਾਵਾਂ। ਕੋਈ ਅਪਰਾਧ ਕੀਤਾ ਫਿਰ ਅੱਗੇ ਤੋਂ ਇਹੋ ਜਿਹਾ ਕੋਈ ਮੈਂ ਅਪਰਾਧ ਨਾ ਕਰਾਂ। ਐਸਾ ਉਪਦੇਸ਼ ਮੇਰੀ ਝੋਲੀ ਦੇ ਵਿੱਚ ਪਾ ਦਿਓ, ਮੈਨੂੰ ਸਿੱਖਿਆ ਬਖਸ਼ੋ। ਭੁੱਲੇ ਕੋ ਤੁਮ ਬਖਸ਼ਣ ਹਾਰ। ਪਾਤਸ਼ਾਹ ਜਿਹੜੇ ਭੁੱਲੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਆਪ ਹੀ ਬਖਸ਼ਣ ਹਾਰੇ ਹੁੰਦੇ ਹੋ। ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਉਹਨਾਂ ਨੂੰ ਸਿੱਧੇ ਰਾਹੇ ਪਾਉਂਦੇ ਹੋ, ਸਹੀ ਮਾਰਗ ਤੇ ਪਾਉਂਦੇ ਹੋ। ਨਮੋ ਨਮੋ ਗੁਰ ਗਿਆਨ ਉਦਾਰ। ਇਹ ਗਿਆਨ ਦੇ ਦਾਤੇ ਸਤਿਗੁਰੂ ਆਪ ਜੀ ਦੇ ਚਰਨਾਂ ਵਿੱਚ ਮੇਰੀ ਬਾਰੰਬਾਰ ਨਮਸਕਾਰ ਹੈ। ਤੁਮਗ ਬਤਾਵਨ ਮੈਂ ਪ੍ਰਧਾਨ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਸ੍ਰੇਸ਼ਟ ਮਤ ਦੇਣ ਦੇ ਵਿੱਚ ਸਭ ਤੋਂ ਵੱਡੇ ਮਹਾਨ ਪ੍ਰਧਾਨ ਮੁਖੀ ਹੋ। ਰਾਵਰ ਕੇ ਸਮਾਨ ਨਹਿ ਆਨ। ਇਸ ਜਗਤ ਵਿੱਚ ਤੁਹਾਡੇ ਸਮਾਨ ਹੋਰ ਕੋਈ ਨਹੀਂ ਹੈ। ਤੁਹਾਡੇ ਜਿਹਾ ਇਸ ਜਗਤ ਵਿੱਚ ਮਹਾਰਾਜ ਹੋਰ ਕੋਈ ਦੂਜਾ ਨਹੀਂ। ਤੁਧ ਬਿਨ ਦੂਜਾ ਨਾਹੀ ਕੋਏ। ਤੁਹਾਡੇ ਤੋਂ ਬਿਨਾ ਹੈਰ ਕੋਈ ਜਗਤ ਵਿੱਚ ਜਿਹੜਾ ਐਸੀ ਸਿੱਖਿਆ ਦੇ ਸਕੇ।
ਆਪਣੇ ਪਿਆਰਿਆਂ ਦੇ ਹਿਰਦੇ ਵਿੱਚੋਂ ਔਗੁਣਾਂ ਨੂੰ ਧੋ ਕੇ ਬਾਹਰ ਕੱਢ ਸਕੇ। ਸ਼੍ਰੀ ਗੁਰ ਅੰਗਦ ਤਬੈ ਬਖਾਨਾ। ਬਚਨ ਸੁਣ ਕੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਇਆ ਦੇ ਘਰ ਦੇ ਵਿੱਚ ਆਏ ਤੇ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹਮ ਪਿੱਛੇ ਕਿਆ ਕ੍ਰਿਤ ਤੈ ਠਾਨਾ। ਪਾਤਸ਼ਾਹ ਕਹਿੰਦੇ ਪੁਰਖਾ ਇਹ ਦੱਸੋ ਸਾਡੇ ਪਿੱਛੋਂ ਤੁਸੀਂ ਇਹ ਕੀ ਕੌਤਕ ਕੀਤਾ ਹੈ। ਘਨ ਬਰਖਾਇਤ ਬਾ ਮਰਵਾਇਓ। ਇੱਕ ਪਾਸੇ ਤੁਸੀਂ ਮੀਂਹ ਪਵਾ ਦਿੱਤਾ ਤੇ ਤਪਾ ਮਰਵਾ ਦਿੱਤਾ ਹੈ। ਆਪਨ ਆਪ ਕੋ ਮਹਿਦ ਜਨਾਇਓ। ਉਥੇ ਤੁਸੀਂ ਆਪਣੇ ਆਪ ਨੂੰ ਵੱਡਾ ਕਰਕੇ ਜਣਾਇਆ। ਜੇ ਤਪਾ ਆਪਣੇ ਆਪ ਨੂੰ ਵੱਡਾ ਜਣਾਉਂਦਾ ਸੀ ਤੇ ਉਹਨਾਂ ਨੇ ਨਗਰ ਨਿਵਾਸੀ ਲੋਕਾਂ ਨੂੰ ਆਪਣੇ ਹੱਕ ਵਿੱਚ ਲੈ ਕੇ ਤੇ ਸਾਨੂੰ ਨਗਰ ਵਿੱਚੋਂ ਬਾਹਰ ਕਢਵਾ ਦਿੱਤਾ। ਪਰਮੇਸ਼ਰ ਦਾ ਹੁਕਮ ਸੀ। ਪਰ ਜੇ ਉਹਨੇ ਆਪਣੇ ਆਪ ਨੂੰ ਵੱਡਾ ਕਰਕੇ ਜਣਾਇਆ ਤੇ ਫਿਰ ਤੁਸੀਂ ਵੀ ਤਾਂ ਇਸੇ ਤਰ੍ਹਾਂ ਹੀ ਕੀਤਾ। ਉਹ ਤਪਾ ਮਰਵਾ ਕੇ ਤੁਸੀਂ ਵੀ ਆਪਣੇ ਆਪ ਨੂੰ ਵੱਡਾ ਕਰਕੇ ਜਣਾਇਆ ਹੈ। ਸਤਿਗੁਰ ਕੋ ਘਰ ਹੈ ਨਿਤ ਨੀਵਾ। ਸਤਿਗੁਰਾਂ ਦਾ ਜਿਹੜਾ ਘਰ ਹੈ ਇਹ ਨਿਰਮਾਣਤਾ ਵਾਲਿਆਂ ਦਾ ਹੈ। ਜਿਹੜੇ ਪਿਆਰ ਵਾਲੇ ਹਨ ਇਹ ਘਰ ਉਹਨਾਂ ਵਾਸਤੇ ਹੈ। ਹੋਨ ਹੰਕਾਰ ਥਾਵਨੈ ਥੀਵਾ। ਇੱਥੇ ਤਾਂ ਹੰਕਾਰ ਦੀ ਤਾਂ ਕੋਈ ਥਾਂ ਹੀ ਨਹੀਂ। ਹੰਕਾਰ ਨਾ ਇੱਥੇ ਪ੍ਰਵਾਨ ਹੁੰਦਾ ਨਾ ਹੰਕਾਰੀਆਂ ਨੂੰ ਇੱਥੇ ਜਗ੍ਹਾ ਮਿਲਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਫਰਮਾਨ ਵੀ ਕੀਤਾ ਹੈ ਆਪਣੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਕਿ ਜਿਹੜਾ ਨਿਵ ਜਾਂਦਾ ਉਹੀ ਭਾਰਾ ਹੁੰਦਾ। ਨਿਵੈ ਸੋ ਗੌਰਾ ਹੋਏ। ਵਜਨਦਾਰ ਕੌਣ ਹੈ? ਜਿਹੜਾ ਨਿਵੇ ਉਹੀ ਵਜਨਦਾਰ ਹੈ ਨਾ। ਜਿਹੜਾ ਹੌਲਾ ਹੋਵੇ ਉਹ ਹਮੇਸ਼ਾ ਪਲੜਾ ਉੱਚਾ ਹੋ ਜਾਂਦਾ। ਜਿਹੜਾ ਪਲੜਾ ਭਾਰਾ ਹੋਵੇ ਉਹ ਨੀਵਾ ਹੋ ਜਾਂਦਾ ਹੈ। ਤੋ ਜਿਹੜੀ ਨਿਰਮਾਣਤਾ ਹੈ ਨਿਰਮਾਣਤਾ ਵਿੱਚ ਹੀ ਸਾਰੇ ਸੁੱਖ ਨੇ। ਤੇ ਹੰਕਾਰ ਜਿਹੜਾ ਹੈ ਉਹ ਬੰਦੇ ਨੂੰ ਕੱਖਾਂ ਤੋਂ ਹੌਲਾ ਕਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ ਗਰਭ ਨਾ ਕੀਜੈ ਨਾਨਕਾ ਮੱਥ ਸਿਰ ਆਵੈ ਭਾਰ। ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਹੰਕਾਰ ਜਿਹੜਾ ਇਹ ਬੰਦੇ ਦੀ ਹਮੇਸ਼ਾ ਜਿਹੜੀ ਨੀਚਤਾਈ ਹੈ ਨਾ ਮਨੁੱਖ ਦੀ ਉਹਦਾ ਸਭ ਤੋਂ ਵੱਡਾ ਕਾਰਨ ਤੇ ਮਨੁੱਖ ਦੇ ਵਿਨਾਸ਼ ਦਾ ਕਾਰਨ ਹੀ ਮਨੁੱਖ ਦਾ ਹੰਕਾਰ ਹੈ। ਨਾ ਮਨੁੱਖ ਨੂੰ ਸਾਧਨਾ ਦਾ ਹੰਕਾਰ ਕਰਨਾ ਚਾਹੀਦਾ, ਨਾ ਆਪਣੀ ਤਾਕਤ ਦਾ, ਨਾ ਆਪਣੀ ਸੱਤਾ ਦਾ, ਨਾ ਆਪਣੀ ਹਕੂਮਤ ਦਾ, ਨਾ ਆਪਣੇ ਪਦਾਰਥਾਂ ਦਾ, ਨਾ ਆਪਣੀ ਦੌਲਤ ਦਾ ਮਾਣ ਹੰਕਾਰ ਕਰਨਾ ਚਾਹੀਦਾ ਹੈ। ਇੱਕ ਵਿਦਵਾਨ ਸੱਜਣਾ ਨੇ ਬੜਾ ਸੁੰਦਰ ਬਚਨ ਲਿਖਿਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਿੱਧਾਂ ਨੂੰ ਮਿਲੇ ਨਾ ਤੇ ਗੋਰਖਨਾਥ ਕਹਿਣ ਲੱਗਾ ਪੁਰਖਾ ਕੁਝ ਮੰਗੋ। ਮਹਾਰਾਜ ਕਹਿੰਦੇ ਚਲੋ ਜੇ ਕੁਝ ਦੇਣਾ ਹੀ ਤੁਸੀਂ ਗਰੀਬੀ ਦੇ ਦਿਓ। ਸਾਨੂੰ ਗਰੀਬੀ ਚਾਹੀਦੀ ਹੈ। ਹੁਣ ਉਹਨਾਂ ਕੋਲ ਗਰੀਬੀ ਕਿੱਥੇ? ਉਹ ਤਾਂ ਆਪ ਅਭਿਮਾਨ ਹੰਕਾਰ ਦੇ ਨਾਲ ਭਰੇ ਹੋਏ ਸਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚਲੋ ਜੇ ਤਰੁੱਠੇ ਹੋ ਤੇ ਗਰੀਬੀ ਦੇ ਦਿਓ ਸਾਨੂੰ। ਤੇ ਬਚਨ ਆਉਂਦਾ ਕਹਿੰਦੇ ਫਿਰ ਗੋਰਖਨਾਥ ਜਿਹੜਾ ਅਕਾਲ ਪੁਰਖ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ ਕਿ ਅਸੀਂ ਨਾਨਕ ਤਪਾ ਜੀ ਨੂੰ ਗਰੀਬੀ ਦੇਣੀ ਹੈ ਤੇ ਉਹ ਗਰੀਬੀ ਅਸੀਂ ਤੁਹਾਡੇ ਚਰਨਾਂ ਵਿੱਚੋਂ ਮੰਗਦੇ ਆ। ਕਹਿੰਦੇ ਅਕਾਲ ਪੁਰਖ ਨੇ ਆਖਿਆ ਵੀ ਮੇਰੇ ਕੋਲ ਗਰੀਬੀ ਕੋਈ ਨਹੀਂ। ਕਹਿੰਦੇ ਜੀ ਕਿਉਂ? ਕਹਿੰਦੇ ਜਿੰਨੀ ਵੀ ਗਰੀਬੀ ਸੀ ਨਾ ਉਹ ਇਕੱਠੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਾਤ ਲੋਕ ਦੀ ਧਰਤੀ ਤੇ ਲੈ ਗਏ ਆਪਣੇ ਪਿਆਰਿਆਂ ਨੂੰ ਵੰਡਣ ਵਾਸਤੇ। ਉਹ ਗਰੀਬੀ ਮੇਰੇ ਕੋਲ ਹੈ ਹੀ ਨਹੀਂ। ਉਹ ਸਾਰੀ ਗਰੀਬੀ ਜਿਹੜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿੱਚ ਉਹਨਾਂ ਦੇ ਕੋਲ ਹੈ। ਜੇ ਲੈਣੀ ਗਰੀਬੀ ਫਿਰ ਉਹਨਾਂ ਕੋਲ ਜਾ ਕੇ ਉਹਨਾਂ ਦੇ ਚਰਨ ਫੜੋ, ਉਹਨਾਂ ਨੂੰ ਬੇਨਤੀ ਕਰੋ, ਤੁਹਾਨੂੰ ਗਰੀਬੀ ਦੀ ਦਾਤ ਬਖਸ਼ਿਸ਼ ਕਰਨਗੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਘਰ ਨਿਮਾਣਿਆਂ ਦਾ, ਨਿਤਾਣਿਆਂ ਦਾ, ਨੀਵਿਆਂ ਦਾ ਮੰਨਿਆ ਜਾਂਦਾ। ਜਿਹੜੇ ਨਿਮਰਤਾ ਧਾਰ ਕੇ ਆਉਂਦੇ ਨੇ ਉਹਨਾਂ ਨੂੰ ਇੱਥੇ ਮਾਣ ਸਤਿਕਾਰ ਤੇ ਵਡਿਆਈ ਪ੍ਰਾਪਤ ਹੁੰਦੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਸਤਿਗੁਰ ਕੋ ਘਰ ਹੈ ਨਿਤ ਨੀਵਾ। ਸਤਿਗੁਰਾਂ ਦਾ ਜਿਹੜਾ ਘਰ ਹੈ ਇਹ ਨੀਵਿਆਂ ਦਾ ਹੈ। ਅਰਥਾਤ ਜਿਹੜੇ ਨਿਮਰਤਾ ਧਾਰਨ ਕਰਕੇ ਆਉਂਦੇ ਹਨ। ਹੋਨ ਹੰਕਾਰ ਥਾਵਨੈ ਥੀਵਾ। ਤੇ ਜਿਹੜੇ ਹੰਕਾਰੀ ਹੋ ਕਰਕੇ ਇੱਥੇ ਆਵਣ
ਉਹਨਾਂ ਵਾਸਤੇ ਕੋਈ ਇੱਥੇ ਥਾਂ ਨਹੀਂ, ਕੋਈ ਜਗ੍ਹਾ ਨਹੀਂ ਹੈ। ਪਾਪੀ ਤਪਾ ਕੁਕਰਮ ਕਰੰਤਾ, ਪਾਤਸ਼ਾਹ ਕਹਿੰਦੇ ਉਹ ਜਿਹੜਾ ਪਾਪੀ ਤਪਾ ਮਾੜੇ ਕਰਮ ਕਰ ਰਿਹਾ ਸੀ, ਅੰਤ ਸਮੈ ਦੁਖ ਨਰਕ ਲਹੰਤਾ, ਜਦੋਂ ਦਾ ਅੰਤਲਾ ਸਮਾਂ ਆਣਾ ਸੀ ਆਪੇ ਹੀ ਨਰਕਾਂ ਵਿੱਚ ਜਾ ਕੇ ਉਹਨੇ ਆਪਣੇ ਕੀਤੇ ਕੁਕਰਮਾਂ ਦਾ ਫਲ ਭੋਗਣਾ ਸੀ। ਫਲ ਦਾਤਾ ਈਸ਼ਵਰ ਸਭ ਕਾਹੂ, ਈਸ਼ਵਰ ਅਕਾਲ ਪੁਰਖ ਵਾਹਿਗੁਰੂ ਫਲ ਦਾਤਾ ਹੈ। ਉਹਦੇ ਦਰ ਦੇ ਉੱਪਰ ਹਰ ਇੱਕ ਮਨੁੱਖ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ। ਆਪ ਸੱਚਾ, ਉਹਦਾ ਦਰਬਾਰ ਸੱਚਾ, ਉਹਦਾ ਇਨਸਾਫ ਵੀ ਸੱਚਾ। ਕਰਮੀ ਕਰਮੀ ਹੋਏ ਵਿਚਾਰ ਸੱਚਾ, ਆਪ ਸੱਚਾ ਦਰਬਾਰ। ਜਿਹਦਾ ਦਰਬਾਰ ਸੱਚਾ, ਉਹਦਾ ਇਨਸਾਫ ਵੀ ਸੱਚਾ ਹੈ। ਉਹਦੇ ਦਰ ਦੇ ਉੱਪਰ ਹਰ ਇੱਕ ਮਨੁੱਖ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਹੁੰਦਾ ਹੈ ਤੇ ਉਹ ਈਸ਼ਵਰ ਕੀਤੇ ਕਰਮਾਂ ਦੇ ਮੁਤਾਬਕ ਹਰ ਕਿਸੇ ਨੂੰ ਫਲ ਬਖਸ਼ਦਾ ਹੈ। ਜੀਵ ਬਲ ਕਿਸ ਗਿਣਤੀ ਮਾਹੂ, ਇਹ ਜਿਹੜਾ ਵਿਚਾਰਾ ਜੀਵ ਰੱਬ ਦੇ ਘਰ ਦੇ ਵਿੱਚ ਨਿਰਬਲ ਹੈ, ਨਿਰਗੁਣਾ ਹੈ। ਇਹਦੇ ਵਿੱਚ ਕੋਈ ਤਾਕਤ, ਇਹਦੇ ਵਿੱਚ ਕੋਈ ਸਮਰੱਥਾ ਨਹੀਂ ਹੈ। ਇਹ ਵਿਚਾਰਾ ਕਿਸ ਗਿਣਤੀ ਦੇ ਵਿੱਚ ਆਵੇਗਾ? ਜੀਵ ਤਾਂ ਕਿਸੇ ਗਿਣਤੀ ਵਿੱਚ ਨਹੀਂ ਨਾ। ਗੁਰਦੇਵ ਜੀ ਕਹਿੰਦੇ ਖਸਮੈ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ। ਖਸਮ ਦੀ ਨਿਗਾਹ ਵਿੱਚ ਤਾਂ ਆਪਾਂ ਛੋਟੇ ਛੋਟੇ ਕੀੜਿਆਂ ਦੇ ਵਾਂਗੂ ਆ। ਜਿਵੇਂ ਧਰਤੀ ਉੱਪਰ ਫਿਰਦੀਆਂ ਹੋਈਆਂ ਕੀੜੀਆਂ ਸਾਨੂੰ ਦਿਖਾਈ ਦਿੰਦੀਆਂ ਕਿੰਨੀਆਂ, ਹੁਣ ਆਪਾਂ ਕਦੇ ਨਿਗਾਹ ਹੇਠਾਂ ਲਿਆਉਨੇ ਆ ਉਹਨਾਂ ਨੂੰ, ਕਦੇ ਧਿਆਨ ਦਿੰਨੇ ਆ ਉਹਨਾਂ ਵੱਲ। ਸਾਡੀ ਔਕਾਤ ਵੀ ਰੱਬ ਦੀ ਦ੍ਰਿਸ਼ਟੀ ਵਿੱਚ ਛੋਟੇ ਛੋਟੇ ਕੀੜਿਆਂ ਜਹੀ ਹੈ। ਮਹਾਰਾਜ ਕਹਿੰਦੇ ਇਹ ਵਿਚਾਰਾ ਨਿਰਬਲ ਜੀਵ ਕਿਸ ਗਿਣਤੀ ਦੇ ਵਿੱਚ ਆਉਂਦਾ ਹੈ? ਕਾਰਨ ਕਰਨ ਏਕ ਜਗਨਾਥਾ, ਸਮੂਹ ਕਾਰਨਾਂ ਨੂੰ ਕਰਨ ਵਾਲਾ ਇੱਕ ਜਗਤ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਕਰਤ ਕਰਾਵਤ ਸੋ ਸਭ ਸਾਥਾ, ਸਾਰਾ ਕੁਝ ਕਰਦਾ ਵੀ ਉਹ ਵਾਹਿਗੁਰੂ ਆਪ ਹੈ ਤੇ ਕਰਾ ਵੀ ਸਾਰਾ ਕੁਝ ਉਹ ਆਪ ਰਿਹਾ। ਨਾ ਤਾਂ ਕੋਈ ਇੱਥੇ ਦੂਜਾ ਕਰਨ ਵਾਲਾ ਹੈ, ਨਾ ਹੀ ਕੋਈ ਇੱਥੇ ਦੂਜਾ ਕਰਾਉਣ ਵਾਲਾ ਹੈ। ਆਪਨ ਆਪ ਨਿਜ ਕ੍ਰਿਤ ਪ੍ਰਕ੍ਰਿਤ ਮੈਂ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਫਿਰ ਹਰ ਇੱਕ ਜੀਵ ਦਾ ਆਪਣਾ ਆਪਣਾ ਸੁਭਾਅ ਹੁੰਦਾ। ਆਪਣੇ ਸੁਭਾਅ ਦੇ ਮੁਤਾਬਕ ਜੀਵ ਕਰਮ ਕਰਦੇ ਹਨ। ਤੇ ਕੋਈ ਮਨੁੱਖ ਜਿਹੜਾ ਹੈ ਬੁੱਧੀਮਾਨ, ਉਹ ਆਪਣੀ ਆਤਮਾ ਨੂੰ, ਆਪਣੇ ਸਰੂਪ ਨੂੰ ਜਾਣ ਕਰਕੇ ਜਦੋਂ ਕੋਈ ਕਰਮ ਕਰਦਾ ਹੈ ਤੇ ਫਿਰ ਉਹ ਕਰਮ ਕਰਕੇ ਪਰਾਏ ਕੀਤੇ ਹੋਏ ਧਰਮ ਦੇ ਵਿੱਚ ਆਰੋਪਣ ਨਹੀਂ ਕਰਦਾ। ਜੇ ਉਹ ਆਪ ਕੁਝ ਕਰ ਰਿਹਾ ਹੈ ਉਹ ਫਿਰ ਦੂਜਿਆਂ ਵਿੱਚ ਦੋਸ਼ ਆਰੋਪਣ ਨਹੀਂ ਕਰਦਾ, ਤੇ ਜੋ ਦੂਜੇ ਕਰ ਰਹੇ ਨੇ ਉਹ ਵੀ ਉਹਨਾਂ ਦੇ ਵਿੱਚ ਆਰੋਪਣ ਨਹੀਂ ਕਰਦਾ। ਅਰਥਾਤ ਜਿਹਨੇ ਆਪਣੇ ਸਰੂਪ ਨੂੰ ਜਾਣ ਲਿਆ, ਉਹਦੇ ਵਾਸਤੇ ਜਗਤ ਦੇ ਅੰਦਰ ਜੋ ਕੁਝ ਵੀ ਵਰਤਾਰਾ ਵਰਤਦਾ ਉਹ ਸਭ ਕੁਝ ਪਰਮੇਸ਼ਰ ਅਕਾਲ ਪੁਰਖ ਹੀ ਕਰਦਾ ਹੁੰਦਾ ਹੈ। ਉਹ ਕਹਿੰਦਾ ਵੀ ਨਾ ਤਾਂ ਮੈਂ ਕਰ ਰਿਹਾ, ਨਾ ਦੂਜਾ ਕਰ ਰਿਹਾ। ਕਰਮ ਤਾਂ ਹਰ ਕੋਈ ਆਪਣੇ ਆਪਣੇ ਸੁਭਾਅ ਦੇ ਮੁਤਾਬਕ ਕਰਦਾ ਹੈ ਨਾ। ਗੁਰਮੁਖ ਗੁਰਮੁਖਾਂ ਵਾਲੇ ਕਰਮ ਕਰਦਾ, ਮਨਮੁਖ ਮਨਮੁਖਾਂ ਵਾਲੇ ਕਰਮ ਕਰਦਾ ਹੈ। ਸੁਭਾਵਕ ਹੈ ਜਿਹੜਾ ਰਾਜਨੀਤਿਕ ਮਨੁੱਖ ਹੈ ਉਹਦੇ ਕਰਮ ਉਦਾਂ ਦੇ, ਉਹਦਾ ਸੁਭਾਅ ਉਦਾਂ ਦਾ। ਧਾਰਮਿਕ ਮਨੁੱਖ ਦਾ ਸੁਭਾਅ ਉਦਾਂ ਦਾ, ਉਹਨੇ ਕਰਮ ਉਦਾਂ ਦੇ ਕਰਨੇ ਨੇ। ਸੁਭਾਅ ਹਰ ਕਿਸੇ ਦਾ ਅਲੱਗ-ਅਲੱਗ ਹੋਇਆ ਕਰਦਾ ਤੇ ਸੁਭਾਅ ਦੇ ਮੁਤਾਬਕ ਹੀ ਮਨੁੱਖ ਕਰਮ ਕਰਦੇ ਨੇ। ਪਰ ਜਿਨ੍ਹਾਂ ਮਨੁੱਖਾਂ ਨੇ, ਜਿਨ੍ਹਾਂ ਬੁੱਧੀਵਾਨਾਂ ਨੇ ਆਪਣੇ ਆਤਮਿਕ ਸ਼ੁੱਧ ਰੂਪ ਨੂੰ ਜਾਣ ਲਿਆ ਹੈ, ਉਹ ਚਾਹੇ ਕਰਮ ਆਪ ਕਰਦੇ ਹੋਵਣ, ਚਾਹੇ ਪਰਾਏ ਦੀ ਕਿਰਤ ਹੋਵੇ, ਦੂਜੇ ਦੇ ਕਰਮ ਹੋਵਣ, ਉਹ ਕਦੇ ਧਰਮ ਦੇ ਵਿੱਚ ਦੋਸ਼ ਨਹੀਂ ਆਰੋਪਣ ਕਰਦੇ। ਨਹੀਂ ਆਰੋਪੈ ਕਬ ਸੁਧੀਰ ਲੈ, ਸੋ ਧੀਰਜਵਾਨ ਜਿਹੜੇ ਹਨ ਉਹ ਪ੍ਰਮਾਤਮਾ ਨੂੰ ਹੀ ਕਰਤਾ ਕਰਕੇ ਮੰਨਦੇ ਹਨ ਕਿ ਪ੍ਰਮਾਤਮਾ ਹੀ ਸਭ ਕੁਝ ਕਰਨ ਵਾਲਾ ਤੇ ਫਲ ਦਾਤਾ ਹੈ। ਫਲ ਵੀ ਉਹੀ ਦਿੰਦਾ ਹੈ, ਸਮੂਹ ਕਾਰਨਾਂ ਨੂੰ ਵੀ ਉਹ ਆਪ ਕਰਦਾ ਹੈ। ਉਹ ਆਪਣੀ ਹੰਤਾ ਤੇ ਮਮਤਾ ਜਿਹੜੀ ਹੈ ਉਹ ਈਸ਼ਵਰ ਵਿੱਚ ਨਹੀਂ ਆਰੋਪਦੇ। ਇਹਦਾ ਹੁਣ ਇੱਕ ਭਾਵ ਹੈ ਕਿ ਜੋ ਮੈਂ ਕੀਤਾ ਹੈ ਉਹਦੇ ਵਿੱਚ ਮੇਰੀ ਹੰਗਤਾ ਹੈ, ਮੈਨੂੰ ਲੱਗਦਾ ਵੀ ਮੈਂ ਕੀਤਾ ਹੈ, ਤੋ ਜੋ ਮੇਰਾ ਉਹਦੇ ਨਾਲ ਮੇਰੀ ਮਮਤਾ ਹੈ। ਜੋ ਮੈਂ ਕਰ ਰਿਹਾ ਉਹਦੇ ਵਿੱਚ ਮੇਰੀ ਹੰਗਤਾ ਹੁੰਦੀ ਵੀ ਮੈਂ ਕੀਤਾ। ਮਾਨੋ ਵੀ ਕੋਈ ਧਾਰਮਿਕ ਕਰਮ ਕੀਤਾ ਤੇ ਹੰਗਤਾ ਹੁੰਦੀ ਹੈ ਨਾ ਵੀ ਮੈਂ ਕੀਤਾ ਹੈ, ਤੇ ਜਿਹੜੀ ਚੀਜ਼ ਮੇਰੀ ਹੈ ਉਹਦੇ ਨਾਲ ਮਮਤਾ ਜੁੜੀ ਹੁੰਦੀ ਵੀ ਇਹ ਮੇਰੀ ਹੈ। ਤੋ ਹੰਗਤਾ ਤੇ ਮਮਤਾ ਜਿਹੜੀ ਉਹਨੂੰ ਆਪਣਾ ਜਾਣ ਕੇ ਫਿਰ ਈਸ਼ਵਰ ਦੇ ਵਿੱਚ ਦੋਸ਼ ਨਹੀਂ ਆਰੋਪਣ ਕਰਦੇ ਵੀ ਉਹਨੇ ਕੁਝ ਕੀਤਾ ਹੈ। ਕੀਤੇ ਹੋਏ ਕਰਮਾਂ ਦਾ ਫਲ ਆਪ ਭੋਗਦੇ ਨੇ, ਪਰ ਉਹ ਕਹਿੰਦੇ ਨੇ ਵੀ ਕਰਨ ਤੇ ਕਰਾਉਣ ਵਾਲਾ ਜਿਹੜਾ ਵਾਹਿਗੁਰੂ ਪਰਮੇਸ਼ਰ ਆਪ ਹੈ। ਇਸ ਪੱਖ ਨੂੰ ਵੀ ਥੋੜਾ ਜਿਹਾ ਗਹਿਰਾਈ ਨਾਲ ਵਾਚਣਾ ਹੋਵੇ। ਅਕਸਰ ਮਨੁੱਖ ਐਸਾ ਕਹਿੰਦਾ ਵੀ ਹੈ ਵੀ ਜਦੋਂ ਕਰਨ ਕਰਾਉਣ ਵਾਲਾ ਵਾਹਿਗੁਰੂ ਤੇ ਅਸੀਂ ਫਲ ਕਿਉਂ ਭੋਗੀਏ।
कि साडा कसूर की है। हुण इत्थे दोने पक्ष महाराज ने लए ने भी प्रभु दे प्यारे रब च दोष नहीं आरोपदे। ते पहला बचन महाराज ने फिर यह भी कह दिता नाल कि फिर वो कदे ये नहीं समझते भी ना मैं कुछ कर रहा ना दूजा कुछ कर रहा, भी वाहिगुरु कर रहा, पर दोष भी नहीं लाते उहदे विच भी उन्हें कुछ कीता है। इहदा भाव अर्थ है कि जैसे आपां पशु दे गल विच संगल पा दईए ना, वो बेचारा उन्ना को सुतंत्र हुंदा है जिन्ना क गल विच संगल होवे, इस तो वध नहीं जा सकदा। ओह मच्छी वेखो पानी विच रहिंदी है, पानी तो बाहर नहीं जा सकती, रहना उन्हें पानी दे विच है, बस उन्ना क घुमेगी जिन्ना क पानी है। सानू भी परमेश्वर ने सुतंत्रता इन्नी को दिती हुई है भी कर्म तू कर ते कर्म करन वेले कर्मां दी चोण तू करनी है, चंगा करना कि माड़ा करना, चोण तेरी है। हुण जिवें कोई साडे मूहरे जहर दी शीशी रख दे ते नाल अमृत दी शीशी रख दे भी हाँ भाई किहदी चोण करोगे, ते सुभावक है बंदा जानदा भी जहर जिहड़ा नुकसानदायक है भी मैनू अमृत चाहीदा। पर जदों गल कर्मां ते आ जांदी है फिर कोई भी मन्नण नूं तैयार नहीं हुंदा। फिर लोग कहंदे भी रब करा रहा, जिन्हें माड़े भी कर्म करने हुंदे वो कहंदा जी रब ही करा रहा, पर जहर पीण वेले तां फिर कोई मनुख ये नहीं कहंदा भी रब प्या रहा। सानू पता भी वो साडे शरीर दा अंत कर देगा, असीं जाणदे भी आ, जानण दे बावजूद असीं कदे उहनूं हथ नहीं लाउंदे, असीं अमृत नूं ग्रहण करदे आ। ते कर्मां बारे भी करीबन करीबन हर एक मनुख जानदा है कि चंगा है ते कि साडे लई माड़ा है, पर कर्म करके बंदा फिर मुड़ के दोष रब दे विच आरोपण कर दिंदा भी रब करा रहा जी, उन्हें कराया सारा कुछ। ते कबीर जी ने फिर इहदा जवाब दिता, कबीर मन जाने मन जानत सब बात, जानत ही औगन करे। बंदे दा मन हर एक गल नूं जानदा है, मन जाने सब बात, साडा मन हर एक गल नूं जानदा है, जानत ही औगन करे। सारा कुछ जानदिया फिर भी औगण करदा, कहंदे काहे की कुसलाथ हाथ दीप कूए पर, हाथ दे विच दीवा ते फिर खूह विच डिग रहे है, वो साडी असल विच दशा है। गुरमुख जन जेड़े वो कदे भी प्रभु विच दोष आरोपण नहीं करदे, अपनी हंगता ते ममता करके जो कीते होए कर्म ने वो कहंदे भी असीं कीते ते फल भी असीं भोगांगे। एकंकार आसरो करके, ते गुरमुख जन एक अकाल पुरख वाहिगुरु परमेश्वर जी दा आसरा धारण करके, नहीं जनावे आपा हर के, वो आपा भाव दूर करके, अपना अभिमान अपनी हौमै नूं दूर करके कदे अपना आप नहीं जणांदे। सुन श्री अमर बंदना ठानी, ऐसे बचन सुन के धन गुरु अमरदास सच्चे पातशाह महाराज जी ने नमस्कार कीती। ओ गुर बख्शो मत अनुजानी, ए सतगुरु मैं मत करके अनजान हां, कृपा करो आप सानू बख्श दियो, मेरा अपराध मेरा गुनाह बख्श दियो। अब ते फेर ना करहूं ऐसे, जो कर्म मैं हुण कीते अज तो बाद अजिहा कर्म मैं मुड़ के नहीं करांगा। आपा मैं ना जनावो कैसे, मैं कदे भी अपना आप नहीं जनावांगा। एहो तुमरो अपराध महाना, ये मैं बहुत बड़ा अपराध कीता है। सहयो ना गयो तबै कृत ठाना, पातशाह जी मेरे कोलों सहा नहीं गया, जे मैं अपराध कीता है पर तुहाडी बेअदबी तां मेरे कोलों सही नहीं ना गई। उस तपे ने आप जी नूं नगर विचों बाहर कढवाया ते मेरे कोलों सहा नहीं गया, इस करके अनजान पुणे विच अजिहा अपराध मेरे पासों होया है। रावर की रजाए इम जोई, इस तरह पातशाह जेड़ी भी आप जी दी रजा आप जी दा हुक्म है, करे अपर ऐसो नह कोई, सतगुरु जी ऐसा कोई नहीं जो आप जी दी रजा दे उल्ट चले। हुण नाल फिर भी बचन कह दिता भी ये तुहाडी रजा सी महाराज, ये कौतुक भी तुहाडा सी, क्योंकि किसे दे अंदर की समर्था है कि तुहाडे हुक्म तो बिना तुहाडी रजा दे उल्ट कोई चल सके। दोहरा इम कह क्षमा कराए कर, बैठे श्री गुर पास, ऐसे बचन कह के
ਆਪਣੇ ਕੀਤੇ ਹੋਏ ਅਪਰਾਧ ਦੀ ਖਿਮਾ ਮੰਗ ਕੇ ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਸੋਂ ਖਿਮਾ ਕਰਾ ਕੇ ਗੁਰੂ ਅਮਰਦਾਸ ਸਾਹਿਬ ਜੀ ਤਿਨਾਂ ਦੇ ਪਾਸ ਬਹਿ ਗਏ। ਜੰਗਲ ਮੈਂ ਮੰਗਲ ਮਹਾ ਜੈ ਗੁਰ ਕਰਿਓ ਨਿਵਾਸ। ਜਿਸ ਜਗ੍ਹਾ ਤੇ ਮਹਾਰਾਜ ਜੀ ਨੇ ਆਪਣਾ ਨਿਵਾਸ ਕੀਤਾ ਉਸ ਜੰਗਲ ਦੇ ਵਿੱਚ ਹੀ ਕਹਿੰਦੇ ਮੰਗਲ ਲੱਗ ਗਏ ਹਨ। ਦੋਹਰਾ ਰਾਹਕ ਮਿਲੇ ਖਡੂਰ ਕੇ ਔਰ ਪ੍ਰਸੰਨਤਾ ਪਾਏ। ਜਿਹੜੇ ਸ੍ਰੀ ਖਡੂਰ ਸਾਹਿਬ ਦੇ ਜ਼ਿਮੀਂਦਾਰ ਸਨ ਉਹ ਆਪਸ ਵਿੱਚ ਮਿਲੇ, ਸਾਰਿਆਂ ਦੇ ਹਿਰਦੇ ਵਿੱਚ ਬੜੀ ਭਾਰੀ ਪ੍ਰਸੰਨਤਾ ਪੈਦਾ ਹੋਈ ਹੈ। ਮਨ ਭਾਵਤ ਬਰਖਿਓ ਜਲਦ ਹਰਤ ਖੇਤ ਸਮੁਦਾਏ। ਮਨ ਭਾਉਂਦਾ ਮੀਂਹ ਪੈ ਗਿਆ, ਸਾਰੇ ਖੇਤ ਹਰੇ ਭਰੇ ਹੋ ਗਏ, ਸਭ ਦਾ ਮਨ ਖੁਸ਼ ਪ੍ਰਸੰਨ ਹੋਇਆ ਹੈ। ਜੋ ਪਈ ਸਕਲ ਮਿਲੇ ਸਭ ਬਾਤ ਵਿਚਾਰੀ। ਨਗਰ ਨਿਵਾਸੀਆਂ ਨੇ ਮਿਲ ਕੇ ਫਿਰ ਆਪਸ ਵਿੱਚ ਇਸ ਗੱਲ ਨੂੰ ਵਿਚਾਰਿਆ ਹੈ। ਗੁਰ ਕੀ ਭਈ ਅਵਗਿਆ ਭਾਰੀ। ਕਹਿੰਦੇ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਬੜੀ ਭਾਰੀ ਅਵਗਿਆ ਸਾਡੇ ਪਾਸੋਂ ਹੋਈ ਹੈ। ਜਿਨ ਮੈਂ ਅਜ਼ਮਤ ਏਤਿਕ ਹੈ। ਜਿਨ੍ਹਾਂ ਦੇ ਵਿੱਚ ਇਤਨੇ ਭਾਰੀ ਅਜ਼ਮਤ ਕਰਾਮਾਤ ਹੈ। ਬਰਖਿਓ ਜਲ ਜਿਨ ਸੇਵਕ ਕਹੈ। ਉਹਨਾਂ ਦੇ ਸੇਵਕ ਦੇ ਕਹਿਣ ਤੇ ਇੰਨਾ ਮੀਂਹ ਪੈ ਗਿਆ, ਤਪੇ ਨੇ ਇੰਨਾ ਜ਼ੋਰ ਲਾਇਆ, ਇੰਨੀ ਮਿਹਨਤ ਕੀਤੀ, ਪਰ ਮੀਂਹ ਨਾ ਪਾ ਸਕਿਆ ਇੱਕ ਵੀ ਬੂੰਦ। ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਵੇਖੋ ਕਿੰਨੀਆਂ ਕਰਾਮਾਤਾਂ ਨੇ ਕਿ ਉਹਨਾਂ ਦੇ ਸੇਵਕ ਦੇ ਕਹਿਣ ਤੇ ਹੀ ਇੰਨਾ ਜ਼ਿਆਦਾ ਮੀਂਹ ਪੈ ਗਿਆ ਹੈ। ਰਹਿਤ ਹਮੇਸ਼ ਨਹੀਂ ਮਿਤ ਜਾਨੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਅਸੀਂ ਰਹਿੰਦੇ ਆ, ਪਰ ਗੁਰੂ ਸਾਹਿਬ ਜੀ ਦੀ ਮਿੱਤ ਨੂੰ ਅਸੀਂ ਨਹੀਂ ਜਾਣਿਆ। ਜਾ ਬੈਠੇ ਹੈ ਅਪਰ ਸਥਾਨੀ। ਹੁਣ ਖਡੂਰ ਸਾਹਿਬ ਨੂੰ ਛੱਡ ਕੇ ਮਹਾਰਾਜ ਕਿਸੇ ਹੋਰ ਜਗ੍ਹਾ ਤੇ ਜਾ ਬੈਠੇ ਹਨ। ਅਬ ਮਿਲ ਚਲੋ ਨਾ ਬਿਲਮ ਲਗਾਵੋ। ਹੁਣ ਸਾਰੇ ਮਿਲ ਕੇ ਚੱਲੋ ਭਾਈ, ਦੇਰੀ ਨਾ ਲਾਵੋ। ਭਾਈ ਪੂਲ ਤੂਰਨ ਬਖਸ਼ਾਵੋ। ਜਿਹੜੀ ਸਾਡੇ ਪਾਸੋਂ ਭੁੱਲ ਹੋਈ ਚੱਲ ਕੇ ਆਪਾਂ ਭੁੱਲ ਬਖਸ਼ਾਈਏ। ਨਾਹੇ ਤਾਂ ਸ਼ਰਾਬ ਦੇ ਪੈਦਾਇਕ। ਕਿਤੇ ਨਾ ਹੋਵੇ ਕਿ ਸਤਿਗੁਰੂ ਕੋਈ ਭੈਦਾਇਕ ਸਾਨੂੰ ਸ਼ਰਾਪ ਦੇ ਦੇਵਣ। ਆਪਦਾ ਪਰੈ ਪ੍ਰਮੋਦ ਨਸਾਇਕ। ਤੇ ਕਹਿੰਦੇ ਖੁਸ਼ੀ ਨੂੰ ਦੂਰ ਕਰਨ ਵਾਲੀ ਕੋਈ ਵਿਪਤਾ ਨਾ ਸਾਡੇ ਤੇ ਆਣ ਪਵੇ। ਇਮ ਕੈ ਮਿਲ ਕਰ ਲੈ ਪਕਵਾਨ। ਇਸ ਤਰ੍ਹਾਂ ਸ੍ਰੀ ਖਡੂਰ ਸਾਹਿਬ ਦੇ ਨਿਵਾਸੀਆਂ ਨੇ ਮਿਲ ਕਰਕੇ ਚੰਗੇ ਪਕਵਾਨ ਪਦਾਰਥ ਆਦਿਕ ਲਏ ਹਨ। ਬਖਸ਼ਾਵਨ ਗਮਨੇ ਤਿਸ ਥਾਨ। ਆਪਣਾ ਕੀਤਾ ਹੋਇਆ ਗੁਨਾਹ ਬਖਸ਼ਾਣ ਵਾਸਤੇ ਚੱਲ ਪਏ। ਜਿਸ ਪ੍ਰਕਾਰ ਇਸ ਥਲ ਚੱਲ ਆਵੇ। ਸਾਧ ਸੰਗਤ ਜੀ ਜਿਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੇ ਕੋਲ ਇਸ ਜਗ੍ਹਾ ਤੇ ਚੱਲ ਕੇ ਆਉਂਦੇ ਹਨ, ਤਿਮ ਸਭ ਕਰਿਓ ਕਿਰਪਾਲ ਰਜਾਵੇ। ਤੇ ਹਰ ਕੋਈ ਇਹੀ ਮਨ ਦੇ ਵਿੱਚ ਵਿਚਾਰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਆਪਾਂ ਨਗਰ ਵਿੱਚ ਵਾਪਸ ਲੈ ਕੇ ਆਉਣਾ। ਜਿਸ ਵੀ ਤਰੀਕੇ ਦੇ ਨਾਲ, ਜਿਸ ਵੀ ਢੰਗ ਦੇ ਨਾਲ ਪਾਤਸ਼ਾਹ ਨਗਰ ਵਿੱਚ ਵਾਪਸ ਆ ਜਾਣ, ਉਸੇ ਤਰ੍ਹਾਂ ਆਪਾਂ ਗੁਰੂ ਸਾਹਿਬ ਨੂੰ ਪ੍ਰਸੰਨ ਕਰ ਲੈਣਾ ਹੈ। ਖਾਨ ਰਜਾਦੇ ਕੇ ਥਲ ਗਏ। ਖਾਨ ਰਜਾਦੇ ਦੀ ਥਾਂ ਸਾਧ ਸੰਗਤ ਖਡੂਰ ਨਿਵਾਸੀ ਚੱਲ ਪਹੁੰਚੇ ਹਨ। ਸ੍ਰੀ ਗੁਰ ਬੈਠੇ ਦੇਖਤ ਭਏ। ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਵਿੱਚ ਬਿਰਾਜਦੇ ਨੇ ਜੈਸੇ ਆਕਾਸ਼ ਵਿੱਚ ਤਾਰਿਆਂ ਵਿੱਚ ਚੰਦਰਮਾ ਬਿਰਾਜਦਾ ਹੈ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਦੇ ਜਾ ਦਰਸ਼ਨ ਕੀਤੇ ਹਨ। ਸਭਨ ਜਾਏ ਪਦ ਬੰਧਨ ਠਾਨੀ। ਸਭ ਨੇ ਜਾ ਕੇ ਚਰਨਾ ਕਬਲਾਂ ਤੇ ਨਮਸਕਾਰ ਕੀਤੀ ਹੈ। ਬੇਨਤੀ ਯੁਕਤ ਬਖਾਨੀ ਬਾਨੀ। ਬੇਨਤੀ ਦੇ ਸਹਿਤ ਸਭ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸਾਂ ਕੀਤੀਆਂ, ਅਰਜ਼ੋਈਆਂ ਕੀਤੀਆਂ, ਵਚਨ ਆਖੇ ਹਨ। ਸ੍ਰੀ ਗੁਰ ਹਮ ਨੇ ਭੇਦ ਨਾ ਪਾਇਵ। ਸਤਿਗੁਰੂ ਅਸਾਂ ਨੇ ਆਪ ਜੀ ਦਾ ਭੇਦ ਨਹੀਂ ਜਾਣਿਆ। ਸਭ ਕੋ ਜੋਗੀ ਤਪੈ ਭੁਲਾਇਵ। ਕਿਉਂਕਿ ਉਸ ਤਪੇ ਜੋਗੀ ਨੇ ਸਾਰਿਆਂ ਨੂੰ ਭੁਲਾ ਦਿੱਤਾ ਸੀ, ਭਰਮਾਂ ਦੇ ਵਿੱਚ ਪਾ ਦਿੱਤਾ ਸੀ। ਰਾਵਰ ਕੋ ਨਿੰਦਕ ਬੜ ਪਾਪੀ। ਪਾਤਸ਼ਾਹ ਉਹ ਜਿਹੜਾ ਤਪਾ ਆਪ ਜੀ ਦਾ ਬੜਾ ਭਾਰੀ ਨਿੰਦਕ ਸੀ, ਬਹੁਤ ਵੱਡਾ ਉਹ ਪਾਪੀ ਹੈ ਜਿਹਨੇ ਆਪ ਜੀ ਦੀ ਨਿੰਦਿਆ ਕੀਤੀ ਹੈ। ਧਨ ਲੋਭੀ ਮਨ ਕੂਰ ਸੰਤਾਪੀ। ਧਨ ਕਰਕੇ ਉਹ ਲੋਭੀ ਹੈ, ਅੰਦਰੋਂ ਝੂਠਾ ਹੈ ਤੇ ਸੰਤਾਪੀ ਹੈ, ਸਾਰਿਆਂ ਨੂੰ ਦੁੱਖ ਦੇਣ ਵਾਲਾ, ਦੁਖਦਾਇਕ ਹੈ। ਗੁਰਮਤ ਖੋਟ ਕਰਮ ਕੇ ਜਿਤਕ। ਉਹਦੀ ਮਤ ਖੋਟੀ ਸੀ, ਜਿਸ ਖੋਟੀ ਮਤ ਕਰਕੇ ਉਹ ਖੋਟੇ ਕੋ ਕਰਮ ਕਰਦਾ, ਮਾੜੇ ਕਰਮ ਕਰਦਾ ਸੀ। ਤਤਕਾਲ ਫਲ ਪਾਇਓ ਤੇਤਕ। ਜਿਤਨੇ ਉਹਨੇ ਮਾੜੇ ਕਰਮ ਕੀਤੇ ਹਨ, ਆਪਣੇ ਕੀਤੇ ਹੋਏ ਕੁਕਰਮਾਂ ਦਾ ਭਾਰੀ ਫਲ ਵੀ ਪ੍ਰਾਪਤ ਕੀਤਾ ਹੈ। ਸ਼ਰਨ ਭਰੇ ਹਮ ਰਾਹ ਕਸਾਰੇ। ਸਤਿਗੁਰੂ ਅਸੀਂ
आप जी दी शरण आ पए हाँ। शिमोह गुरु तम महद उदारे। सतगुरु आप जी बड़े दयावान हो, आप जी सब तो श्रेष्ठ उत्तम हो, किरपा करो शरण आए दी आप जी लाज रखो। तुहाडे तो वड्डा इस जगत विच होर कोई दूसरा नहीं है। सुन सतगुर तिन दिश पिख बिकसे। धन गुरु अंगद देव जी महाराज नगर निवासियों वाल वेख के मुस्कुराए हन। भाग सुधा सस मुक्ते निकसे। सतगुरु महाराज जी दे पावन मुखार बिंद विचों अमृत जय बचन निकले हन। सब जग मिथ्या रूप निहारै। पातशाह कहंदे जितना भी जगत है असी सारे जगत नूं मिथ्या रूप करके वेखदे हां। हम काहू संग बैर ना करै। असी किसे दे नाल भी वैर नहीं करदे, क्योंकि साडा कोई वैरी नहीं है इस जगत दे अंदर, ते वैर असी किहदे नाल करना है। मिथ्या मान अपर अपमान। पातशाह कहंदे जदों जगत ही मिथ्या है ते फिर वैर भी तां मिथ्या हो गया ना। इस जगत विचों मिलिया होया जिहड़ा मान हुंदा है वह भी मिथ्या है ते अपमान भी मिथ्या है, क्योंकि जदों मुढ़ ही मिथ्या है ते बाकी तां सारा कुछ मिथ्या ही होवेगा ना। मुढ़ संसार है, संसार विच ही वैर दा भाव है, इत्थे ही मान है, इत्थे ही अपमान है। ते जदों संसार नूं मिथ्या करके वेख लिया ना फिर वैर रहा। जे संसार मिथ्या ते साडा वैर भी मिथ्या है, जे संसार मिथ्या ते मान भी मिथ्या है, अपमान भी मिथ्या है। महाराज कहते असी जगत नूं ही मिथ्या करके वेखदे हां, इस करके किसे नाल वैर नहीं करदे। ना ही पातशाह कहते साडे अंदर मान ते ना ही अपमान है। हरक शोक हम नायन ठान। ना असी हरक धारण करदे हां ना शोक। हरक खुशी हुंदी है जदों कोई मान करे, खुशी हुंदी है जदों कुछ प्राप्त हो जाए, खुशी हुंदी जदों कोई शोभा करे। ते दुख कदों हुंदा, सोक कदों हुंदा जदों कुछ चलिया जावे। जदों कुछ मन भावदा ना मिले तां भी मनुख नूं दुख दी प्राप्ति हुंदी है। इस वास्ते महाराज कहंदे ना असीं हरख मनदे हां ना असीं सोग मनदे हां। करह कर्म जस तस फल पावै। क्योंकि मनुख जैसा कर्म करदा है तैसा ही उन्होंने फल प्राप्त हुंदा है। बुरा भला निशवल न जावे। मनुख दा कीता होया बुरा और कीता होया भला कदे भी निष्फल नहीं जांदा। पुन्नी पापी आखण नाहे, कर कर करना लिख लै जाहो, आपे बीज आपे ही खाहो, नानक हुक्मी आवहो जाहो। महाराज कहते पुन्नी पापी गल केवल आखण मात्र नहीं, इथे कोई पाप करदा तां पापी है, पुन करदा तां पुन्नी है। जैसा असी बीज बीजांगे तैसा ही फल सानू खाना पवेगा। इस करके जगत दे विच मनुख दा कीता बुरा ते भला कदे निष्फल नहीं जांदा। मिथ्या मैं ज्ञानी नह रचे। पर जेड़ा संसार मिथ्या ज्ञानी पुरख इहदे विच कदे रचिया नहीं करदे। गुरु तेग बहादुर साहब जी कहते ना, जो नर दुख मैं दुख नहीं मानै, सुख स्नेहो अर भै नहीं जाके कंचन माटी मानै। जेड़ा मनुख दुख विच दुख नहीं मनदा, सुख विच सुख नहीं मनदा, कंचन सोने नूं भी मिट्टी करके जानदा है, ओदे वास्ते ना निंदिया ना उस्तत ना मान ना अपमान ना हरख ना सोग, इन्हां सारियां तो रहत होया करदा है। ऐसे झूठे मिथ्या संसार दे विचों कदे रचदा नहीं। साच स्वरूप बीच नित मचे। जेड़ा शुद्ध आत्म स्वरूप सच स्वरूप ओदे विच नेति ओ रचिया रहिंदा है। दुविधा तुम मैं देखी पूरा। बादशाह कहंदे असां तुहाडे विच बड़ी भारी दुविधा वेखी है। हुण आउंदे तां गुरु साहिब जी दे कोल भी सन ਇਹ लोक, ते तपे कोल भी जांदे सन, ते जदों तपे ने भरमा लिया भी गुरु अंगद देव जी करके मीह नहीं पैंदा ते बस झाटी भरम गए, दुविधा विच पै गए ना। उसे वक्त ही गुरु अंगद देव साहब जी महाराज नूं आख्या भी तुसीं जाओ, तुहाडे करके नहीं मीह पैंदा इत्थे। हजूर कहंदे असीं तुहाडे विच ऐसी दुविधा वेखी है, दुविधा विच झट तुसीं पै गए। तो जिन्हां दे अंदर दुविधा होवे वो हमेशा डुब ही जाया करदे ने। एक विद्वान अर्थ करदा दो विधा दो बेड़ियां ते कहंदे पैर रखना। जिवें मशकीन जी कहंदे सन, कहंदे दुविधा की हुंदी है, कहंदे अद्धा मन भी रब है ते दूजा नहीं है। एक पासे रब नूं भी मन्नी जाना, दूजे पासे पदार्थां दी खिच भी रहनी।
एक पासे गुरु नूं भी मन्नी जाना, फिर दंबियां नूं भी मन्नी जाना। दुविधा दे कई प्रकार दे अर्थ, कई प्रकार दे भाव ने। तो दुविधा हर वक्त मनुख दे अंदर बनी रहिंदी है। गुरु नूं छड्ड के जदों होरां दे पासे, होरां दे कोल जाने आ, तो फिर वो दुविधा ही है। जदों गुरु प्रति मन विच शंका पै जांदा साडे, तो दो बेड़ियां ते पैर रखण वाला पार नहीं हुंदा। अक्सर आपां सुणिआ अरदास हमेशा ये बेनती करदा है भी बैठिओ उस बेड़ी विच जिहदा मलाह चंगा होवे। इहो जे मलाह दी बेड़ी विच भी ना बैठ जाइए जिहड़ा जाके विचकार डूंघे पानी च डोब दे भी इत्थे डुब्बो सारे। इहो जे मलाह दी बेड़ी विच ही ना बैठी। ये नहीं भी दो बेड़ियां ने ते दो बेड़ियां ते पैर रखण वाला डुब जांदा है, वो भी डुब जांदा है जिहड़ा कच्चे दे लड़ लग जांदा है। आपां उस मलाह दी बेड़ी विच बहना जिहड़ा मलाह पक्का होवे, जिहनूं महाराज ने कहा वाहिगुरु नाम जहाज है चढ़े सो तरे पार, जो शरदा कर सेव दे गुर पार उतारन हार। जिहड़ा ये वाहिगुरु शब्द जिहड़ा गुरुदेव गुरु नानक साहब ने सानूं बख्शिया ना, इस जहाजे आपां चढ़ना है, ते जिहड़ा इस जहाज चढ़ गया ते ओदा बेड़ा बन्ने लग गया, वो फिर तर गया भव सागर तो बेड़ी भी ऐसी फड़िए ते मलाह भी ऐसा फड़िए जिहड़ा मलाह साडे जीवन दी बेड़ी बन्ने ला देवे। गुरु अंगद देव जी महाराज कहंदे भाई तुहाडे अंदर बड़ी भारी दुविधा है। हम त्याग्यो तब ग्राम खडूर। इस वास्ते असीं तुहानूं वेख लिया भी तुहानूं भी वरखा नाल ही प्यार है, तुसीं प्रभु नाल प्रेम करन वाले थोड़ा हो, ते असीं श्री खडूर साहब नगर छड़ दिता। तुमको संकट कोई ना होए। बादशाह कहंदे असीं भी विचारिया भी तुहानूं किसे तरह दा संकट नहीं होना चाहिदा। जे साडे रहण नाल मींह नहीं पैंदा ते असीं इत्थों चले जाने आ भी तुसीं सुखी वसणे चाहिदे हो। बसो सदन में सब सुख जोए। इस वास्ते गरीब नवाज जी कहंदे इत्थे आ करके भी असीं सुखां दे सहत वसदे हां। हम तो जह बैठे हर खावे। बस हो सदन में सब सुख जोए। तुसीं अपने घर दे विच जाके वसो, सारे सुखां दी प्राप्ति करो। ते असीं तां इत्थे ही बह करके खुश हां, क्योंकि जिथे असीं बह जाने उत्थे ही असीं प्रसन्न रहने आ। जह जाइए तहा सुहेले, जिथे जाईदा सुखी रहीदा, अनंत रहीदा, प्रसन्नता दे विच रहीदा है। कित ते पाए न कितों गवावे। पातशाह जी कहंदे ना तां कितों कुछ असीं प्राप्त करदे आ ते ना किते जाण दे नाल साडा कुछ गवाचदा है। हान लाभ हमरे किम नहीं। ना साडे विच हानि ते ना साडे विच किसे प्रकार दा लाभ है। जे तुसीं ये सोचदे हो भी खडूर साहब असीं छड्ड के आए ते साडी हानि कोई नहीं, जे इत्थे आके बह गए ते लाभ भी कोई नहीं, साडे वास्ते हानि ते लाभ एक समान है। मंगल है इस जंगल माही। साडे लई तां इस जंगल दे विच ही मंगल है, इत्थे ही आनंद बनिया होया है। जिथे बह के परमेश्वर दा भजन करन लग पईए तहा बैकुंठ जह कीर्तन तेरा। जिथे तेरी कीर्ति होवे, तेरा कीर्तन होवे, उत्थे ही बैकुंठ है। साडे वास्ते तां इह जंगल विच ही बैकुंठ बनिया, इत्थे ही आनंद मंगल बनिया होया है। सुन राहिक गह पद अरबिंद। जितने जिमीदार सन खडूर साहब दे, सब ने महाराज सच्चे पातशाह दे चरण फड़ लए। शिमोह शिमोह तुम रूप गोबिंद। सतगुरु आप गोबिंद दा अकाल पुरख दा रूप हो, कृपा करो साडा अपराध क्षमा कर दियो। चल के ग्राम प्रवेशन कीजै। चल के आप जी श्री खडूर साहब प्रवेश करो। त्याग आन निज थान बसीजै। सब कुछ त्याग के महाराज अपने निजी स्थाना ते चल के आप जी विराजना करो। बिरद संभारो शील कृपालो। ये कृपालू दयालु सतगुरु आप जी दा बिरद है। आप जी बड़े कृपालू दयालु हो, अपने प्यारियां ते रहमतां करदे हो, शरण आए दी लाज रखदे हो। पातशाह इस बिरद दी आप जी संभालना करके श्री खडूर साहब चलना करो। बख्श दिओ अपराध बेसालो। ते साडा कीता होया है वड्डा भारी अपराध आप बख्श दिओ। सहस कहियो पुन सहज सुभाए। महाराज गुरु अंगद देव साहब जी उन्हां दी बेनती सुन के हसे ते हस के सुते सिद्ध महाराज जी कहन लगे हन, हमरे हट होए ना किस पाए। सतगुरु सच्चे पातशाह महाराज जी कहन लगे भी किसे तरह भी साडे कोलों हठ नहीं हुंदा। ऐबो यहाँ कै जैबो ग्राम। भावें इस जगह ते आउणा
ਤੇ ਭਾਵੇਂ ਇਸ ਜਗ੍ਹਾ ਨੂੰ ਛੱਡ ਕੇ ਖਡੂਰ ਸਾਹਿਬ ਜਾਣਾ ਹੈ। ਇੱਕ ਸਮ ਵਹਿਰ ਕੇ ਬੈਠਨ ਧਾਮ, ਭਾਵੇਂ ਅਸੀਂ ਘਰ ਦੇ ਵਿੱਚ ਬੈਠੀਏ ਤੇ ਭਾਵੇਂ ਘਰ ਤੋਂ ਬਾਹਰ ਬੈਠੀਏ, ਸਾਡੇ ਵਾਸਤੇ ਇੱਕੋ ਹੀ ਸਮਾਨ ਹੈ। ਜੇਕਰ ਤੁਮ ਪ੍ਰਸੰਨ ਸਮੁਦਾਏ, ਤੇ ਜੇਕਰ ਤੁਸੀਂ ਸਾਰੇ ਜਾਣੇ ਪ੍ਰਸੰਨ ਹੋ, ਲੈ ਸੰਗ ਚਲੋ ਬਸੈ ਤਿਸ ਥਾਏ। ਤੇ ਚਲੋ ਭਾਈ ਫਿਰ ਸਾਨੂੰ ਨਾਲ ਲੈ ਚੱਲੋ ਤੇ ਅਸੀਂ ਉਸੇ ਜਗ੍ਹਾ ਤੇ ਚੱਲ ਕੇ ਵਸਦੇ ਹਾਂ। ਇਹ ਕੋਈ ਸਾਡਾ ਹੱਠ ਥੋੜਾ ਵੀ ਅਸੀਂ ਇੱਥੇ ਹੀ ਰਹਿਣਾ ਹੈ, ਪਰ ਨਾਲ ਇਹ ਵੀ ਕਹਿ ਦਿੱਤਾ ਵੀ ਸਾਡੇ ਵਾਸਤੇ ਭਾਵੇਂ ਉੱਥੇ ਰਹਿਣਾ ਇੱਥੇ ਰਹਿਣਾ ਇੱਕੋ ਜਿਹਾ ਹੈ, ਸਾਨੂੰ ਕੋਈ ਫਰਕ ਨਹੀਂ। ਘਰ ਵਿੱਚ ਬੈਠੀਏ ਭਾਵੇਂ ਬਾਹਰ ਬੈਠੀਏ, ਜੇ ਤੁਹਾਡੀ ਪ੍ਰਸੰਨਤਾ ਹੀ ਇਸੇ ਵਿੱਚ ਹੈ ਵੀ ਅਸੀਂ ਨਗਰ ਵਿੱਚ ਚੱਲੀਏ ਤੇ ਚਲੋ ਭਾਈ ਸਾਨੂੰ ਨਾਲ ਲੈ ਚੱਲੋ। ਬਿਦ ਨਿਖਿਦ ਹਮਰਾ ਕਛ ਨਹੀਂ। ਮਹਾਰਾਜ ਜੀ ਕਹਿੰਦੇ ਨੇ ਕਿ ਬਿਦ ਤੇ ਨਖਿਦ, ਵਿਧੀ ਦੇ ਮੁਤਾਬਕ ਕੋਈ ਕਰਮ ਕਰਨਾ, ਦੂਸਰਾ ਨਖੇਦ ਉਹ ਕਰਮ, ਨਖਿਦ ਕਰਮ ਜਿਹਨੂੰ ਕਹਿੰਦੇ ਆ ਜੇ ਇਸ ਕਰਮ ਨੂੰ ਕਰਨ ਦੀ ਆਗਿਆ ਨਾ ਹੋਵੇ। ਇਹ ਦੋ ਪ੍ਰਕਾਰ ਦੇ ਕਰਮ ਹੁੰਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਰਮ ਕਰਨ ਦੀ ਆਗਿਆ ਇਹ ਵਿਧੀ, ਨਾ ਕਰਨ ਦੀ ਆਗਿਆ ਨਖੇਦ। ਇਹ ਦੋਨੇ ਚੀਜ਼ਾਂ ਸਾਡੇ ਵਿੱਚ ਨਹੀਂ ਹਨ। ਸਮੋ ਬਤਾਵੇ ਬੈਠੇ ਜਾਹੀ। ਗੁਰੂ ਸਾਹਿਬ ਜੀ ਕਹਿੰਦੇ ਬਾਕੀ ਤਾਂ ਇਹ ਸਮਾਂ ਦੱਸੇਗਾ ਵੀ ਕਿਸ ਜਗ੍ਹਾ ਤੇ ਜਾ ਕੇ ਅਸੀਂ ਬਿਰਾਜਣਾ ਹੈ। ਸੁਨ ਹਰਖੇ ਨਰੋ ਰਸੋ ਮਦਰਾਈ। ਇਸ ਤਰ੍ਹਾਂ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਜਿਤਨੇ ਵੀ ਨਗਰ ਨਿਵਾਸੀ ਸਨ ਅਤੀ ਪ੍ਰਸੰਨ ਹੋ ਗਏ। ਕਹਿ ਕਰ ਸਤਿਗੁਰ लिए उठाई। उन्होंने बेनती करके महाराज सच्चे पातशाह नू उठाया है। सिखियन सिर पर्यंक उचवाए। गुरसिखा ने महाराज सच्चे पातशाह दा पलंग चुक लिया है। अपर वस्त गच लै क्रम नाए। ते जड़ियां होर वस्तुआं सन सारा कुछ इकट्ठा करके चाले पा दिते हन। श्री अंगद के संग सिधारे। धन गुरु अंगद देव जी महाराज सच्चे पातशाह जी दे नाल सारियां संगतां चल पईयां। सिख जाट सगले परवारे। जिन्ने भी सिख सन और खडूर साहब दे रहन वाले राहक जेड़े जमींदार उन्हां दे जिन्ने भी परिवार महाराज सच्चे पातशाह जी दे नाल चले। मार्ग चले आए गुरु स्वामी। इस तरह स्वामी गरीब नवाज गुरु अंगद देव जी महाराज रस्ते विच चलदे आ रहे हन। समचित आनंद अंतर जामी। जिन्हां दा चित एक समान एक रस रहन वाला है। ते सतगुरु सच्चे पातशाह जिहड़े सदा ही आनंद दे विच रहिंदे ते अंतरजामी प्यारियां दे हिरदे दी जाणदे हन। पंत बिखै भैरोपुर ग्रामो। राह दे विच भैरोपुर नाम दा एक नगर पैंदा है। खीओ भले को तह धामो। इस जगह ते एक गुरमुख प्यारे खीओ भले दा घर है। सुन आगवन सतगुर केरा। जदों खीओ भले नूं पता लग्या गुरु अंगद देव जी महाराज जी इधर आ रहे हन। मिलियो आन कर भाओ कनेरा। हिरदे विच भाओ प्रेम धारण करके गुरु अंगद देव जी महाराज नूं आके मिलिया है। ओह बेनती जुत बंधन करी। बड़े प्यार दे नाल सतगुरां दे चरनां विच नमस्कार करके बेनती कीती है। कहत भयो सफली एह घड़ी। कहण लगा पातशाह एक घड़ी सफली है, ए समा सफला है। कहो आप मैं लियाओ आहारा। जदों मैं आप जी दे ददार कीते धन सो वेला जित दर्शन करना हाउ बलिहारी सतगुर चरना। मेरे वड्डे भाग ए वेला धन, ए घड़ी धन, ए मुहूर्त धन जिस वेले पातशाह मैं तुहाडे ददार कीते ने। कृपा करो आप रहमत करो इस जगह ते ही आप जी टिक जाओ ते मैं आप वास्ते लंगर लेके आउना हां। अज वो करुणा करो उधारा। आप कृपा करके महाराज लंगर छक लवो। और आओ रंक को परखत कोई ना। आप जी ना तां परखदे हो भी ए राजा है ते ना ए परखदे हो भी ए कंगाल है। समसर जानत हो तुम दोयन। पातशाह तुसी दोनां नूं इक्को समान करके जाणदे हो। राजे विच ते कंगाल विच कोई भेद फर्क नहीं समझदे। भाओ बिलोक हो भोजन खाते। आप जी तां अपने प्यारियां दा भाओ प्रेम वेख करके लंगर छक लैंदे हो। लालो घर श्री नानक जाते। गुरु नानक साहब सच्चे पातशाह भाई लालो दे घर दे विच गए। गरीब नवाज गुसैया मेरा माथा छतर धरै। गरीबां नूं आप जी निवाजण वाले उन्हां ते रहमतां वरताउण वाले हो। तिज बाहज बैसन की तज कै। जो जितने भी ब्राह्मण सन होर जेड़े खत्री सन
ਇਸ ਤੋਂ ਇਲਾਵਾ ਵੈ ਸਾਧਕ ਸਾਰੂਨਾ ਸਾਰਿਆਂ ਦਾ ਤਿਆਗ ਕਰਕੇ ਸ਼ੂਦਰ ਸਦਨ ਮੈਂ ਅਚਵਤਿਰਜ ਕੈ। ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪਿਆਰੇ ਭਾਈ ਲਾਲੋ ਦੇ ਘਰ ਦੇ ਵਿੱਚ ਜਾ ਕਰਕੇ ਪ੍ਰਸ਼ਾਦਾ ਛਕਿਆ। ਕਿਉਂਕਿ ਜਾਤ ਪਾਤ ਤਾਂ ਸਾਡੇ ਵਾਸਤੇ ਹੈ ਨਾ, ਪਰਮੇਸ਼ਰ ਦੇ ਘਰ ਦੇ ਵਿੱਚ ਕੋਈ ਜਾਤ ਪਾਤ ਥੋੜਾ ਹੈ, ਇਹ ਤਾਂ ਸਾਡੇ ਘਰ ਦੇ ਵਿੱਚ ਹੈ। ਸਰੀਰ ਜਨਮਦਾ ਹੈ ਤਾਂ ਜਾਤ ਪਾਤ ਜੁੜ ਜਾਂਦੀ ਹੈ, ਤੇ ਸਰੀਰ ਜਨਮਣ ਤੋਂ ਪਹਿਲਾਂ ਕਿਹੜੀ ਜਾਤ ਪਾਤ ਹੁੰਦੀ ਹੈ ਮਨੁੱਖ ਦੀ, ਤੇ ਸਰੀਰ ਤਿਆਗਣ ਤੋਂ ਬਾਅਦ ਕਿਹੜੀ ਜਾਤ ਪਾਤ ਹੁੰਦੀ ਹੈ। ਤਾਂ ਬ੍ਰਹਮ ਦੇ ਵਿੱਚ ਨਾ ਜਾਤ ਹੈ ਨਾ ਪਾਤ ਹੈ ਕੋਈ, ਉਹ ਜਾਤ ਪਾਤ ਤੋਂ ਪਰੇ ਹੈ। ਤੋ ਗੁਰੂ ਸਾਹਿਬ ਦੀ ਦ੍ਰਿਸ਼ਟੀ ਜਿਹੜੀ ਸਤਿਗੁਰੂ ਆਪ ਬ੍ਰਹਮ ਸਰੂਪ ਜੋ ਆਪ ਵਿਆਪਕ ਨੇ ਸਾਰਿਆਂ ਦੇ ਵਿੱਚ, ਉਹਨਾਂ ਦੀ ਨਿਗਾਹ ਵਿੱਚ ਨਾ ਰਾਜਾ ਨਾ ਰੰਕ, ਨਾ ਕੋਈ ਉੱਚਾ ਤੇ ਨਾ ਕੋਈ ਨੀਵਾ, ਤੇ ਜਾਤ ਪਾਤ ਦਾ ਭੇਦ ਭਾਵ ਗੁਰੂ ਸਾਹਿਬ ਜੀ ਨਹੀਂ ਰੱਖਦੇ। ਨਿਵਾਜਦੇ ਕਿਹਨਾਂ ਨੂੰ ਨੇ? ਜਿਨ੍ਹਾਂ ਦੇ ਅੰਦਰ ਨਿਮਰਤਾ ਹੋਵੇ, ਜਿਨ੍ਹਾਂ ਅੰਦਰ ਪ੍ਰੇਮ ਹੋਵੇ, ਉਹਨਾਂ ਨੂੰ ਮੇਰੇ ਪਾਤਸ਼ਾਹ ਨਿਵਾਜਦੇ ਨੇ। ਭਾਈ ਲਾਲੋ ਦੇ ਹਿਰਦੇ ਵਿੱਚ ਅਥਾਹ ਪ੍ਰੇਮ ਸੀ, ਮੇਰੇ ਪਾਤਸ਼ਾਹ ਨੇ ਉਹਨਾਂ ਨੂੰ ਨਿਵਾਜਿਆ ਹੈ। ਉਤੀ ਭੀਲਨੀ ਜਾਤ ਸਨਾਤ, ਕਹਿੰਦੇ ਜਿਹੜੀ ਭੀਲਨੀ ਸੀ ਜਿਹਦੀ ਜਾਤ ਨੀਵੀਂ ਕਰਕੇ ਜਾਣੀ ਗਈ, ਰਾਮਚੰਦਰ ਤਿਸਕੇ ਫਲ ਖਾਤ। ਤੇ ਭਗਵਾਨ ਸ੍ਰੀ ਰਾਮਚੰਦਰ ਜੀ ਭੀਲਨੀ ਦੇ ਪਾਸ ਗਏ ਤੇ ਜਾ ਕੇ ਝੂਠੇ ਬੇਰ ਉਹਦੇ ਖਾਦੇ ਹਨ। ਇਮਕੈ ਸਤਿਗੁਰ ਗ੍ਰਾਮ ਟਿਕਾਏ, ਐਸੀਆਂ ਬੇਨਤੀਆਂ ਕਰਕੇ ਖੀਓ ਭੱਲੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਆਪਣੇ ਨਗਰ ਵਿੱਚ ਟਿਕਾ ਲਿਆ ਹੈ। ਸਦਨ ਆਹਾਰ ਤਿਆਰ ਕਰਵਾਏ, ਤੇ ਘਰ ਦੇ ਵਿੱਚ ਜਾ ਕਰਕੇ ਲੰਗਰ ਪਾਣੀ ਤਿਆਰ ਕਰਵਾਇਆ ਹੈ। ਤੁਰਨ ਤਿਆਰੀ ਸਗਲ ਕਰਾਏ, ਛੇਤੀ ਹੀ ਤੁਰੰਤ ਸਾਰੀ ਤਿਆਰੀ ਕਰਵਾ ਲਈ ਹੈ। ਹਿਰਦੈ ਭਾਉ ਤਰ ਗੁਰ ਟਿਕ ਆਏ, ਹਿਰਦੇ ਵਿੱਚ ਭਾਉ ਪ੍ਰੇਮ ਧਾਰਨ ਕਰਕੇ ਖੀਓ ਭੱਲਾ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ ਹੈ। ਹਾਥ ਜੋੜ ਕਰ ਬਿਨੈ ਬਖਾਨੀ, ਦੋਨੇ ਹੱਥ ਜੋੜ ਕਰਕੇ ਅਰਦਾਸ ਕੀਤੀ ਹੈ। ਭੋਜਨ ਪਇਓ ਤਿਆਰ ਗੁਣ ਖਾਨੀ, ਇਹ ਗੁਣ ਖਾਨੀ ਸਤਿਗੁਰੂ ਲੰਗਰ ਤਿਆਰ ਹੋ ਗਏ ਹਨ। ਪਦ ਅਰਬਿੰਦ ਸਦਨ ਮੁਝ ਪਾਈਏ, ਕਿਰਪਾ ਕਰੋ ਆਪ ਜੀ ਆਪਣੇ ਪਾਵਨ ਚਰਨ ਕਵਲ ਮੇਰੇ ਗ੍ਰਹਿ ਵਿੱਚ ਪਾਣਾ ਕਰੋ, ਮੇਰੇ ਘਰ ਨੂੰ ਪਵਿੱਤਰ ਕਰੋ। ਸਭ ਸੰਗਤ ਆਪਣੇ ਸੰਗ ਲਿਆਈਏ, ਤੇ ਜਿੰਨੀ ਵੀ ਸੰਗਤ ਆਪਣੇ ਨਾਲ ਆਪ ਜੀ ਮੇਰੇ ਗ੍ਰਹਿ ਵਿਖੇ ਲੈ ਕੇ ਆਉਣਾ ਕਰੋ। ਆਸਾ ਪੂਰਨ ਕਰੋ ਗੁਸਾਈ, ਇਹ ਗੁਸਾਈ ਸਤਿਗੁਰੂ ਰਹਿਮਤ ਕਰਕੇ ਮੇਰੀ ਆਸ ਪੂਰਨ ਕਰ ਦਿਓ। ਓਚਕ ਆਵਨ ਭਇਓ ਕਦਾਈ, ਇੱਥੇ ਤਾਂ ਅਚਾਨਕ ਹੀ ਆਪ ਜੀ ਦਾ ਆਵਣਾ ਹੋਇਆ। ਕਦੇ ਕਦਾਂ ਇੱਧਰ ਮਹਾਰਾਜ ਤੁਸੀਂ ਆਉਂਦੇ ਹੋ, ਅੱਜ ਮੇਰੇ ਭਾਗ ਜਾ ਕੇ ਇਸ ਨਗਰ ਵਿੱਚ ਤੁਸੀਂ ਆਏ ਹੋ। ਭਾਉ ਜਾਨ ਤਹਿ ਹਿਰਦੇ ਕਨੇਰੇ, ਆਪਣੇ ਪਿਆਰੇ ਦੇ ਹਿਰਦੇ ਦਾ ਭਾਉ ਜਾਣ ਕਰਕੇ ਚਲੇ ਸੰਗ ਜਿਸ ਭਾਗ ਵਡੇਰੇ, ਜਿਸ ਖੀਓ ਭੱਲੇ ਦੇ ਵੱਡੇ ਭਾਗ ਸਨ ਉਹਨਾਂ ਦੇ ਨਾਲ ਪਾਤਸ਼ਾਹ ਚੱਲ ਪਏ। ਜਲ ਛਿੜਕਾਏ ਸੋ ਬਸਤਰ ਵਿਛਾਏ, ਜਲ ਛਿੜਕਾ ਕੇ ਬਸਤਰ ਵਿਛਾਇਆ ਹੈ। ਉੱਪਰ ਚੌਂਕੀ ਚਾਰ ਡਸਾਏ, ਉਹਦੇ ਉੱਪਰ ਬੜੀ ਸੋਹਣੀ ਇੱਕ ਚੌਂਕੀ ਵਿਛਾ ਲਈ, ਜਿਸ ਪਰ ਬਸਤਰ ਬਹੁਰ ਵਿਛਾਵਾ, ਚੌਂਕੀ ਦੇ ਉੱਪਰ ਬੜਾ ਸੋਹਣਾ ਇੱਕ ਬਸਤਰ ਵਿਛਾਇਆ ਹੈ। ਸ਼੍ਰੀ ਅੰਗਦ ਕੋ ਤਹਾਂ ਬਿਠਾਵਾ, ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਉਸ ਚੌਂਕੀ ਤੇ ਬਿਠਾਇਆ ਹੈ। ਕਾਲ ਵਿਸਾਲ ਕਿਰਪਾਲ ਅਗਾਰੀ, ਇੱਕ ਵੱਡਾ ਥਾਲ ਲਿਆ ਕੇ ਮਹਾਰਾਜ ਜੀ ਦੇ ਅੱਗੇ ਭੇਟ ਕੀਤਾ ਹੈ। ਖੀਰ ਖੰਡ ਕ੍ਰਿਤ ਉੱਪਰ ਢਾਰੀ, ਤਰ੍ਹਾਂ ਤਰ੍ਹਾਂ ਦੇ ਭੋਜਨ ਜਿਹੜੇ ਉਹਦੇ ਵਿੱਚ ਸਜਾਏ ਗਏ, ਖੀਰ ਖੰਡ ਘਿਓ ਆਦਿਕ ਜਿਹੜੇ ਉੱਪਰ ਪਾਏ ਹਨ। ਆਪਣੇ ਹਾਥ ਪਰੋਸਿਓ ਤਾਹੀ, ਆਪਣੇ ਹੱਥਾਂ ਦੇ ਨਾਲ ਸੇਵਕ ਨੇ ਮਹਾਰਾਜ ਜੀ ਨੂੰ ਲੰਗਰ ਪਰੋਸਿਆ ਹੈ। ਗੁਰੂ ਅਚੈ ਹਰਖੈ ਮਨ ਮਾਹੀ, ਮਹਾਰਾਜ ਜੀ ਜਿਉਂ-ਜਿਉਂ ਲੰਗਰ ਛਕਦੇ ਨੇ ਤੇ ਤਿਉਂ-ਤਿਉਂ ਖੀਓ ਭੱਲਾ ਮਨ ਹੀ ਮਨ ਬੜਾ ਖੁਸ਼ ਹੁੰਦਾ ਹੈ ਕਿ ਅੱਜ ਗੁਰਦੇਵ ਨੇ ਰਹਿਮਤ ਕੀਤੀ, ਦਇਆ ਕੀਤੀ, ਮੇਰੇ ਘਰ ਦੇ ਵਿੱਚ ਆ ਕਰਕੇ ਮੈਨੂੰ ਇਹ ਸੇਵਾ ਦਾ ਸੁਭਾਗ ਬਖਸ਼ਿਆ ਹੈ। ਸਭ ਸੰਗਤ ਕੋ ਦਿਓ ਆਹਾਰਾ, ਜਿੰਨੀ ਵੀ ਸੰਗਤ ਨਾਲ ਸੀ ਸਾਰੀ ਸੰਗਤ ਨੂੰ ਲੰਗਰ ਛਕਾਇਆ ਹੈ। ਤ੍ਰਿਪਤਾਏ ਅਚ ਸਵਾਦ ਉਦਾਰਾ, ਸਾਧ ਸੰਗਤ ਸ੍ਰੇਸ਼ਟ ਸਵਾਦ ਵਾਲਾ ਭੋਜਨ ਸੰਗਤ ਨੂੰ ਛਕਾਇਆ ਹੈ। ਸੀਤਲ ਪਾਨ ਕਰਵਾਵਾ, ਸਾਰੀ ਸੰਗਤ ਨੂੰ ਤ੍ਰਿਪਤ ਕਰਕੇ ਤੇ ਠੰਡਾ ਜਲ ਛਕਾਇਆ ਹੈ। ਸਭ ਹਰਖੇ ਮਨ ਬਾਂਛਤ ਪਾਵਾ, ਇਸ ਤਰ੍ਹਾਂ ਮਨ ਬਾਂਛਤ ਭੋਜਨ ਦੀ ਪ੍ਰਾਪਤੀ ਕਰਕੇ ਸਾਰੀ ਸੰਗਤ ਪ੍ਰਸੰਨ ਹੋਈ ਹੈ। ਪੂਰੀ ਕੀਨ ਹਰ ਹਾਥ
हाथ बखारे चुला करके फिर अपने हाथ पवित्र कीते हन। भये गुर चलबे को त्यारे धन श्री गुरु अंगद देव जी महाराज सच्चे पातशाह जी चलन वास्ते तैयार हो गए हन। तब श्री अमर दियो बरताहू ते गुरु अंगद देव जी महाराज ने प्रेरिया फिर अपने सेवक नूं वडियाई बख्शिश करन लगे। धन गुरु अमरदास सच्चे पातशाह जी नूं जदों प्रेरिया ते गुरु अमरदास साहब जी ने जेड़ा खीओ भला सी ओनू वर दिता है। होए संतत तब बड़ सुख पाहू साध संगत तीजे पातशाह ने वर दिता तेरे घर विच संतान होवेगी जेदे नाल वड्डे भारी सुखां दी तू प्राप्ति करेगा। गमन कीन तब ग्राम खडूर इस तरह गुरु अंगद देव जी महाराज ने श्री खडूर साहब नूं चाले पा दिते। राहक आदिक संगत पूरा जितने भी राहक जिमींदार सन बहुत सारी संगत महाराज सच्चे पातशाह जी दे नाल है। धन श्री गुरु अंगद देव महाराज जी ने दया कीती सब दी बेनती प्रवान करके श्री खडूर साहब जी नूं महाराज वापस पहुंचे हन। तो साध संगत जी रहिंदे प्रकरण जेड़े हन खडूर साहब महाराज जी चरण पावणगे। एक कौतक वरतेगा धन गुरु अमरदास महाराज जी दे पावन पवित्र चरणां दे नाल एक हड्डी छू के एक मनुख दा उधार होवेगा जो कुंभी नरकां दे विच गोते खांदा सी। ਇਹ प्रसंग आप जी कल सरवण करोगे। समय के लिहाज नाल समाप्ति है। सतगुरु सच्चे पातशाह महाराज जी दे पावन पवित्र इतिहास की कथा करदियां होइयां बेअंत प्रकार दियां भुलां दी खिमा करनी जी। विसरना ही दातार विसरना ही दातार अपना नाम दे हो अपना नाम दे हो अपना नाम दे गुण गावा दिन रात गुण गावा दिन रात नानक चाओ ए हो नानक चाओ ए हो वाहे गुरु 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 हे अच्युत हे पार ब्रह्म अविनाशी अगनास हे पूरन हे सर्व मैं दुख भंजन गुणतास हे संगी है निरंकार है निर्गुण सब टेक हे गोविंद है गुण निधान जाके सदा विवेक हे अपरंपर हर हरे है पी हो वनहार हे संत है कै सदा संग निधारा आधार हे ठाकुर हो दासरो मैं निर्गुण गुण नहीं कोए नानक दीजै नाम दान राखो हिय परोए आए प्रभ शरणागति कृपा नित दयाल एक अखर हर मन बस्तो नानको निहाल वाहे गुरु नाम जहाज है चढ़े सो उतरे पार जो शरदा कर सेवंदे गुर पार उतारण हार वाहे गुरु नाम जहाज है चढ़े सो उतरे पार जो शरदा कर सेवंदे गुर पार उतारण हार। वाहिगुरु जी का खालसा वाहिगुरु जी की फतेह।